लेटेस्ट अपडेट्स के लिए दबाना न भूलें बेल आइकन और सब्सक्राइब करें हमारा यूट्यूब चैनल। कांग्रेस पार्टी के साथ नहीं खड़े। जी आया मैं ਹਾਂ ਨਵਨੀਤ ਸਿੰਘ ਵਦਵਾ। ਲੋਕ ਸਭਾ ਚੋਣਾਂ ਨੂੰ ਲੈ ਕੇ ਵਿਗੁਲ ਵੱਜ ਚੁੱਕੇ ਹੈ ਤੇ ਹੁਣ ਤੇ ਸੀਟਾਂ ਦਾ ਵੀ ਐਲਾਨ ਹੋ ਚੁੱਕਿਆ। ਲਗਭਗ ਸਾਰੀ ਪਾਰਟੀਆਂ ਨੇ ਇੱਕ ਇੱਕ ਕਰਕੇ ਸੀਟਾਂ ਦਾ ਐਲਾਨ ਕਰ ਦਿੱਤਾ। ਕੁਝ ਕੁ ਰਹਿ ਗਈਆਂ ਨੇ ਪਰ ਸਿਆਸੀ ਅਖਾੜਾ ਖਾਸ ਤੌਰ ਤੇ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਪੂਰੀ ਤਰੀਕੇ ਨਾਲ ਪੱਕਿਆ ਹੋਇਆ ਹੈ। ਅੱਜ ਅਸੀਂ ਕੌਣ ਬਣੇਗਾ ਐਮਪੀ ਲੈ ਕੇ ਪਹੁੰਚੇ ਹਾਂ ਪੰਜਾਬ 'ਚ। ਪੰਜਾਬ ਦੀ ਸਭ ਤੋਂ ਪਹਿਲਾ ਲੋਕ ਸਭਾ ਹਲਕਾ ਗੁਰਦਾਸਪੁਰ ਔਰ ਗੁਰਦਾਸਪੁਰ ਦਾ ਦਿਲ ਕਿਹਾ ਜਾਣ ਵਾਲਾ ਗੁਰਦਾਸਪੁਰ ਹਲਕੇ ਦਾ ਗੇਟਵੇ ਬਟਾਲਾ ਜਿੱਥੇ ਅਸੀਂ ਅੱਜ ਮੌਜੂਦ ਹੈਗੇ ਹਾਂ। ਬਟਾਲੇ ਦੀ ਜਨਤਾ ਜਿਹੜੀ ਗੁਰਦਾਸਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਦੀ ਹੈ ਉਹ ਸਾਡੇ ਨਾਲ ਮੌਜੂਦ ਹੈ ਤੇ ਕੁਝ ਖਾਸ ਮਹਿਮਾਨ ਵੀ ਸਾਡੇ ਨਾਲ ਮੌਜੂਦ ਨੇ। ਅੱਜ ਗੱਲ ਹੋਏਗੀ ਗੁਰਦਾਸਪੁਰ ਹਲਕੇ ਦੇ ਮੁੱਦਿਆਂ ਦੀ। ਗੁਰਦਾਸਪੁਰ ਹਲਕੇ 'ਚ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ ਗੱਲ ਉਹਦੀ ਵੀ ਕਰਾਂਗੇ। ਜਿਹੜੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਤਾਰੁਫ ਮੈਂ ਕਰਵਾ ਦੇਣਾ। ਬਲਬੀਰ ਸਿੰਘ ਬਿੱਟੂ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਕਿ ਸ਼ਹਿਰੀ ਪ੍ਰਧਾਨ ਨੇ। ਬਿੱਟੂ ਸਾਹਿਬ ਬਹੁਤ ਬਹੁਤ ਜੀ ਆਇਆਂ। ਅਸ਼ਵਨੀ ਸੇਖੜੀ ਸਾਹਿਬ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਨੇ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਆਗੂ ਨੇ। ਸੇਖੜੀ ਸਾਹਿਬ ਜੀ ਆਇਆਂ। ਜਗਦੀਸ਼ ਰਾਜ ਸਾਨੀ ਜੀ ਭਾਰਤੀ ਜਨਤਾ ਪਾਰਟੀ ਤੋਂ ਸਾਬਕਾ ਸੀਪੀਐਸ ਔਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ 'ਚ ਕੱਦਾਵਰ ਨੇਤਾ। ਇਸ ਤੋਂ ਇਲਾਵਾ ਲਾਲਚੰਦ ਕਟਾਰੂ ਚੱਕ ਦੀ ਜਿਹੜੇ ਕਿ ਪੀਡੀਏ ਦੇ ਉਮੀਦਵਾਰ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ ਬਹੁਤ ਜੀ ਆਇਆਂ ਸਾਰੇ ਖਾਸ ਮਹਿਮਾਨਾਂ ਦਾ। ਚूंकि ਸਰਕਾਰ ਇਸ ਵੇਲੇ ਕਾਂਗਰਸ ਪਾਰਟੀ ਦੀ ਹੈ ਤੇ ਸਰਕਾਰ ਦੇ ਨਾਲ ਨਾਲ ਇਹ ਸੀਟ ਵੀ ਕਾਂਗਰਸ ਦੇ ਕੋਲ ਹੈ। ਤੇ ਪਹਿਲਾਂ ਸੇਖੜੀ ਸਾਹਿਬ ਤੋਂ ਸ਼ੁਰੂਆਤ ਕਰਨੇ ਆ। ਸੇਖੜੀ ਸਾਹਿਬ ਵਿਗੁਲ ਵੱਜ ਚੁੱਕੇ ਔਰ ਦੇਰ ਰਾਤ ਤੇ ਐਲਾਨ ਵੀ ਹੁਣ ਟਿਕਟ ਦਾ ਹੋ ਗਿਆ। ਜਾਖੜ ਸਾਹਿਬ ਇੱਕ ਵਾਰ ਫਿਰ ਤੋਂ ਤਾਲ ਠੋਕ ਰਹੇ ਨੇ। ਕਿਹੜੇ ਮਸਲੇ ਨੇ ਚूंकि ਤੁਸੀਂ ਸਾਰੀ ਚੀਜ਼ ਇਸ ਹਲਕੇ ਦੀ ਜਾਣਦੇ ਹੋ, ਕਿਹੜੇ ਕੰਮ ਹੋ ਗਏ ਕਿਹੜੇ ਰਹਿ ਗਏ ਜਿਹੜੇ ਲੱਗਦਾ ਕਿ ਕਰਨੇ ਜ਼ਰੂਰੀ ਨੇ ਔਰ ਅੱਗੇ ਜੇ ਮੌਕਾ ਦਿੱਤਾ ਤੇ ਕਿਤੇ ਜਾਣਗੇ? देखो इस तरह है कि ਗੁਰਦਾਸਪੁਰ ਦੀ ਮੈਂਬਰ ਪਾਰਲੀਮੈਂਟ ਦੀ ਸੀਟ ਬੜੀ ਇੰਪੋਰਟੈਂਟ ਸੀਟ ਹੈ। ਤੁਸੀਂ ਜਾਣਦੇ ਹੋ ਕਿ ਨਾਲ ਦੇ ਗੁਆਂਢੀ ਮੁਲਕ ਦਾ ਜਿਹੜੀ ਐਂਟਰੀ ਜਾਂ ਉਹਦਾ ਅਟੈਕ ਆ ਹਮੇਸ਼ਾ ਪੰਜਾਬ 'ਚ ਇੱਧਰੋਂ ਹੀ ਸ਼ੁਰੂ ਕਰਦੇ ਔਰ ਇਸ ਸੀਟ ਦੇ ਉੱਤੇ 2 ਵਾਰੀ ਪਾਕਿਸਤਾਨ ਦੇ ਪਿੱਠੂ ਆਏ ਵੀ ਨੇ ਔਰ ਉੱਥੋਂ ਮੂੰਹ ਦੀ ਖਾ ਕੇ ਗਏ ਨੇ। ਸੋ ਇਸ ਸੀਟ ਦੇ ਉੱਤੇ ਜਿਹੜਾ ਚੁਣਾਵ ਹੋਣਾ ਉਹ ਦੇਸ਼ ਦੀ ਪਲਸ ਜਿਹੜੀ ਆ ਉੱਥੋਂ ਨਿਕਲਦੀ। ਪਿਛਲੀ ਵਾਰੀ ਜਾਖੜ ਸਾਹਿਬ ਚੁਣਾਵ ਲੜੇ ਸੀ 1,93,000 ਵੋਟ ਤੋਂ ਜਿੱਤੇ ਸੀ ਔਰ ਮੈਨੂੰ ਪਤਾ ਹੈ ਕਿ ਜਿਸ ਤਰ੍ਹਾਂ ਜਾਖੜ ਸਾਹਿਬ ਦੀ ਨੇਚਰ ਹੈ ਜਾਂ ਜਿਸ ਤਰ੍ਹਾਂ ਜਾਖੜ ਸਾਹਿਬ ਦਿਲ ਤੋਂ ਲੋਕਾਂ ਦਾ ਕੰਮ ਕਰਨਾ ਚਾਹੁੰਦੇ ਨੇ ਇਸ ਇਲੈਕਸ਼ਨ 'ਚ ਮੈਂ ਸਮਝਦਾ ਕਿ ਗੁਰਦਾਸਪੁਰ ਦੀ ਜਨਤਾ 193 ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣਗੇ। 193 ਤੋਂ ਵੱਧ ਲੀਡ ਉਹਨਾਂ ਦੀ ਹੋਏਗੀ ਕਿਉਂਕਿ 1.5 ਸਾਲ 'ਚ ਉਹਨਾਂ ਨੇ ਕੁਝ ਐਸੇ ਕੰਮ ਕੀਤੇ ਨੇ ਜਿਹੜੇ ਕਿ ਮੈਂ ਸਮਝਦਾ ਕਈ ਸਾਲ ਇਸ ਇਲਾਕੇ 'ਚ ਨਹੀਂ ਹੋ ਸਕੇ। ਫॉर ਜਿਵੇਂ ਕਿ ਪਠਾਨਕੋਟ 'ਚ 1,000 ਕਰੋੜ ਦਾ ਪ੍ਰੋਜੈਕਟ ਜਿਹੜਾ ਕਿ ਜਿਹਦੇ 'ਚ ਹਜ਼ਾਰਾਂ ਲੋਕਾਂ ਨੂੰ ਬਿਜ਼ਨਸ ਮਿਲਣਾ ਹੈ ਜਾਂ ਕੰਮ ਮਿਲਣਾ ਹੈ ਉਹ ਉੱਥੇ ਲਗਵਾਇਆ ਉਹਨਾਂ ਨੇ। ਜਿਸ ਤਰ੍ਹਾਂ ਕਿ ਉਹਨਾਂ ਨੇ ਜਿਹੜਾ ਲਾਂਘਾ ਖੁੱਲ੍ਹ ਰਿਹਾ ਪਾਕਿਸਤਾਨ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਉਹਦੇ 'ਚ ਉਹਨਾਂ ਦਾ ਬੜਾ ਹੀ ਪੋਜ਼ੀਟਿਵ ਰੋਲ ਸੀਗਾ ਔਰ ਹਮੇਸ਼ਾ ਹੀ ਉਹਦੇ 'ਚ ਉਹਨਾਂ ਵੱਧ ਚੜ੍ਹ ਕੇ ਹਿੱਸਾ ਲਿੱਤਾ। ਜਿਸ ਤਰ੍ਹਾਂ ਕਿ ਸਾਡੇ ਬਟਾਲੇ ਦੇ ਇੰਡਸਟਰੀ ਦੀ ਗੱਲ 3-4 ਵਾਰੀ ਉਹਨਾਂ ਨੇ ਚੱਕੀ ਉੱਥੇ ਪਾਰਲੀਮੈਂਟ 'ਚ ਔਰ ਜਿਹੜਾ ਸਾਡੀ ਆਪਾਂ ਕੋਸ਼ਿਸ਼ ਕਰਦੇ ਸੀ ਬਟਾਲੇ ਦੀ ਗਲੀਆਂ ਨਾਲੀਆਂ ਸੜਕਾਂ ਔਰ ਸੀਵਰ ਦੀ ਗੱਲ ਕਿਉਂਕਿ ਉਹੀ ਮੁੱਦਾ ਇੱਥੇ ਡਿਸਕਸ ਮੈਂ ਆ ਰਿਹਾ ਉਹਦੇ ਤੇ ਵੀ ਆ ਰਿਹਾ ਉਹ ਮੁੱਦਾ ਜਿਹੜਾ ਮੈਂ ਵੀ ਉਹਨਾਂ ਕੰਸਰਨ ਹੈ ਜਿੰਨੇ ਸਾਡੇ ਬਟਾਲੇ ਦੇ ਸਾਰੀਆਂ ਪਾਰਟੀਆਂ ਦੇ ਲੋਕ ਕੰਸਰਨ ਕੋਸ਼ਿਸ਼ ਕਰ ਰਹੇ ਸੀ ਪਰ ਉਹ ਸਿਰੇ ਨਹੀਂ ਸੀ ਚੜ੍ਹਦਾ ਔਰ ਇੱਕ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸਨ ਤੇ ਉੱਥੇ ਮੈਂ ਪਿਛਲੀ ਵਿਧਾਨ ਸਭਾ 'ਚ ਮੁੱਦਾ ਚੱਕਿਆ ਸੀਗਾ ਅੰਮ੍ਰਿਤ ਸਕੀਮ ਦਾ ਕਿ ਬਟਾਲੇ 'ਚ ਜਿਹੜਾ 163 ਕਰੋੜ ਲੱਗ ਕੇ ਪੂਰਾ ਜਿਹੜਾ ਸ਼ਹਿਰ ਹੈ ਸੀਵਰ ਵਾਟਰ ਸਪਲਾਈ ਉਹ ਸੜਕਾਂ ਗਲੀਆਂ ਨਾਲੀਆਂ ਬਣਨੀਆਂ ਸੀ। ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਨੇ ਪਾਸ ਕਰ ਦਿੱਤਾ 16 ਸ਼ਹਿਰ ਪਾਸ ਕੀਤੇ ਗਏ। ਇਕੱਲਾ ਬਟਾਲਾ ਹੀ ਕਾਂਗਰਸ ਵਾਲਾ ਸੀ ਜਿਹੜਾ ਪਾਸ ਕੀਤਾ ਉਹਨਾਂ ਨੇ ਬਟ ਉਹ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਉਹ ਸਰਕਾਰ ਨੇ ਪੈਸੇ ਨਹੀਂ ਦਿੱਤੇ। ਜਦੋਂ ਸਾਡੀ ਸਰਕਾਰ ਬਣੀ ਹੈ 2017 'ਚ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਸੀਂ ਬੇਨਤੀ ਕੀਤੀ। ਉਹਨਾਂ ਨੇ 15 ਅਗਸਤ 2017 ਗੁਰਦਾਸਪੁਰ ਜਾ ਕੇ ਜਦੋਂ ਝੰਡਾ ਲਹਿਰਾਇਆ ਉੱਥੇ ਕਿਹਾ ਸੀਗਾ ਕਿ ਮੈਂ ਅੰਮ੍ਰਿਤ ਸਕੀਮ ਲਾਗੂ ਕਰਾਂਗਾ ਪਰ ਲਾਗੂ ਨਹੀਂ ਹੋਈ। ਹਾਲਾਤ ਵਿਗੜੇ ਅਸੀਂ ਧਰਨੇ ਦਿੱਤੇ ਗਏ ਇੱਥੇ ਅਸੀਂ ਵੀ ਧਰਨੇ ਦਿੱਤੇ ਲੋਕਾਂ ਨੇ ਵੀ ਦਿੱਤੇ। ਜਾਖੜ ਸਾਹਿਬ ਨੇ ਕੈਪਟਨ ਸਾਹਿਬ ਨਾਲ ਗੱਲ ਕੀਤੀ ਔਰ ਜਾਖੜ ਸਾਹਿਬ ਦੀ ਮਿਹਰਬਾਨੀ ਨਾਲ ਅੱਜ 163 ਦੀ ਜਗ੍ਹਾ 184.41 ਕਰੋੜ ਦਾ ਪ੍ਰੋਜੈਕਟ ਦੇ ਫੰਡ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਦੇ ਦਿੱਤੇ ਨੇ। ਟੈਂਡਰ ਲੱਗ ਚੁੱਕੇ ਨੇ। ਮੈਂ ਉਹਦੀ ਵੀ ਗੱਲ ਕਰਾਂਗਾ ਲੇਕਿਨ ਤੁਸੀਂ ਬੜੀ ਵਾਜਬ ਗੱਲ ਕਹੀ ਕਿ ਧਰਨੇ ਦਿੱਤੇ। ਪਹਿਲੀ ਵਾਰੀ ਉਹ ਸੁਰਖੀਆਂ 'ਚ ਰਿਹਾ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਕਾਂਗਰਸੀ ਆਗੂ ਧਰਨੇ ਦਿੰਦੇ ਇਸ ਬਟਾਲੇ ਸ਼ਹਿਰ 'ਚ ਨਜ਼ਰ ਆਏ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ
ਪੀਟਰ ਚੀਦਾ ਮਸੀ ਜੀ ਵੀ ਜੁੜ ਚੁੱਕੇ ਨੇ। ਬਹੁਤ ਬਹੁਤ ਜੀ ਆਏ ਮਸੀ ਸਾਹਿਬ, ਤੁਹਾਡਾ ਵੀ ਤੁਹਾਡੇ ਕੋਲ ਵੀ ਆ ਰਿਹਾ। ਲੇਕਿਨ ਸਾਨੀ ਸਾਹਿਬ, ਜਿਹੜੀ ਗੱਲ ਸੇਖੜੀ ਸਾਹਿਬ ਕਹਿ ਰਹੇ ਸੀਗੇ, ਸਰਕਾਰਾਂ ਰਹੀਆਂ ਤੁਹਾਡੀਆਂ ਵੀ, ਮੈਂਬਰ ਪਾਰਲੀਮੈਂਟ ਪਿੱਛੇ ਤੁਹਾਡੇ ਵੀ ਰਹੇ, ਪਰ ਉਹਨਾਂ ਵਿਕਾਸ ਕਦੇ ਨਹੀਂ ਹੋਇਆ ਜਿੰਨਾ 1.5 ਸਾਲ 2 ਸਾਲ ਚ ਜਾਖੜ ਸਾਹਿਬ ਨੇ ਕਰਤਾ। ਉਹਦੀ ਵਜ੍ਹਾ ਕੀ ਹੈ? ਗੱਲ ਹੈ ਸੇਖੀ ਸਾਹਿਬ ਨੇ ਜੋ ਕਿਹਾ ਨਾ, ਜਾਖੜ ਸਾਹਿਬ ਨੇ ਜੋ ਕੀਤਾ, ਇਹ ਲੋਕ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਵੀ ਧਰਾਤਲ ਤੇ ਕੋਈ ਚੀਜ਼ ਹੋਈ ਹੈ। ਪੁੱਛਾਂਗੇ ਇਹਨਾਂ ਤੋਂ। ਬਿਲਕੁਲ ਇਹ ਸਾਰੀ ਦੁਨੀਆ ਕਹੇਗੀ, ਕਾਂਗਰਸੀ ਵੀ ਕਹਿਣਗੇ, ਅਕਾਲੀ ਵੀ ਕਹਿਣਗੇ, ਬੀਜੇਪੀ ਵੀ ਕਹੇਗੀ, ਆਪ ਵੀ ਕਹੇਗੀ, ਹਰ ਪਾਰਟੀ ਕਹੇਗੀ। ਕੋਈ ਇੱਕ ਨਵੇਂ ਪੈਸੇ ਦੀ, ਕੋਈ ਅੰਮ੍ਰਿਤ ਸਕੀਮ ਦਾ ਪੈਸਾ ਨਹੀਂ ਆਇਆ। ਹਰ ਚੀਜ਼ ਆਪਾਂ ਦੇਖਦੇ ਹਾਂ ਸੈਂਟਰ ਵੱਲ। ਕਹਿੰਦੇ ਨੇ ਜਾਖੜ ਸਾਹਿਬ ਨੇ ਲਿਆਂਦਾ, ਜਾਖੜ ਸਾਹਿਬ ਨੇ ਕਿਹੜਾ ਲਿਆਂਦਾ? ਅੰਮ੍ਰਿਤ ਸਕੀਮ ਦੀ ਮੈਂ ਕਹਿੰਦਾ ਮੇਰੇ ਕੋਲੋਂ ਪੁੱਛਣ ਦੀ ਬਜਾਏ ਅੱਜ ਸਾਡੀ ਖੁਸ਼ਕਿਸਮਤੀ ਹੈ ਵੀ ਬਟਾਲੇ ਮਿਊਨਿਸਪੈਲਿਟੀ ਦਾ ਪ੍ਰਧਾਨ ਵੀ ਸਾਡੇ ਕੋਲ ਇੱਥੇ ਹੀ ਬੈਠਾ। ਉਹ ਤੁਹਾਨੂੰ ਪੂਰੀ ਡਿਟੇਲ ਦੇ ਦੇਗਾ ਵੀ ਬਟਾਲੇ ਲਈ ਕੀ ਕੀ ਹੁਣ ਤੱਕ ਇਸ ਸਰਕਾਰ ਨੇ ਦਿੱਤਾ ਸਿਵਾਏ ਵਾਅਦਿਆਂ ਤੋਂ। ਕਿਉਂ ਵਾਅਦੇ ਬਹੁਤ ਕੀਤੇ ਗਏ ਨੇ, ਕੈਪਟਨ ਸਾਹਿਬ ਨੇ ਵੀ ਕੀਤੇ ਨੇ। ਇਹਨਾਂ ਵਾਅਦਿਆਂ ਤੇ ਹੀ ਇਹ ਸਰਕਾਰ ਆਈ। 2 ਸਾਲ ਦੇ ਕੰਮਕਾਜ ਔਰ ਵਾਅਦੇ ਲੱਗਦਾ ਕਿ ਐਤਕੀ ਲੋਕ ਸਭਾ ਚੋਣਾਂ ਤੇ ਭਾਰੀ ਪੈਣਗੇ। 2 ਸਾਲ ਦੇ ਜਿਹੜੇ ਕੰਮ ਨੇ ਅੱਜ ਇਹ ਦੱਸਣਗੇ, ਲੋਕ ਦੱਸਣਗੇ ਆਉਣ ਵਾਲੇ ਸਮੇਂ ਵਿੱਚ। ਇਹ ਕਹਿੰਦੇ ਜਾਖੜ ਸਾਹਿਬ ਨੇ ਬਹੁਤ ਕੰਮ ਕੀਤੇ, 1000 ਕਰੋੜ ਦਾ ਪ੍ਰੋਜੈਕਟ ਲਿਆਂਦਾ ਪਠਾਨਕੋਟ। ਕਿਹੜਾ ਪ੍ਰੋਜੈਕਟ ਲਿਆਂਦਾ ਪਠਾਨਕੋਟ 'ਚ? ਕਿਹੜਾ ਗੁਰਦਾਸਪੁਰ 'ਚ ਆ ਗਿਆ? ਕਿਹੜਾ ਪ੍ਰੋਜੈਕਟ ਬਟਾਲੇ 'ਚ ਆ ਗਿਆ? ਬਟਾਲੇ ਦੀ ਇੰਡਸਟਰੀ ਨੂੰ ਕਿਹੜਾ ਬੂਸਟ ਮਿਲ ਗਿਆ? ਕਿਸੇ ਚੀਜ਼ ਦੀ ਇੱਕ ਵੀ ਚੀਜ਼ ਬਾਈ ਨੇਮ ਆਪਾਂ ਨੂੰ ਗਿਣਾਈ ਜਾਏ। ਜੇ ਇਹਨਾਂ ਗੱਲ ਕੀਤੀ ਹੈ ਮਿਊਨਿਸਪੈਲਿਟੀ ਦੀ, ਤਾਂ ਮੈਂ ਤੁਹਾਨੂੰ ਕਹਾਂਗਾ, ਬੇਨਤੀ ਕਰਾਂਗਾ ਬਈ ਪ੍ਰਧਾਨ ਇੱਥੇ ਹੈ, ਪ੍ਰਧਾਨ ਤੁਹਾਨੂੰ ਇੱਕ ਇੱਕ ਚੀਜ਼ ਦੀ ਇੱਕ ਇੱਕ ਫਿਗਰ ਦੇ ਦੇਗਾ ਬਟਾਲਾ ਵਾਸੀਆਂ ਨੂੰ। ਜਿਹੜੇ ਲੋਕ ਇਹ ਬਣਾਉਂਦੇ ਫਿਰਦੇ ਨੇ, ਅੱਜ ਕਿਹਾ ਜਾਂਦਾ ਜੀ ਮਿਊਨਿਸਪੈਲਿਟੀ 'ਚ ਇੰਨਾ ਪੈਸਾ ਆ ਗਿਆ, ਪ੍ਰਧਾਨ ਖਾ ਗਿਆ ਜੀ, ਫਲਾਣਾ ਖਾ ਗਿਆ ਜੀ, ਫਲਾਣਾ ਖਾ ਗਿਆ। ਅਸੀਂ ਅੱਜ ਪੂਰੇ ਬਟਾਲੇ ਸ਼ਹਿਰ ਨੂੰ, ਕੀ ਪੂਰੇ ਪੰਜਾਬ ਨੂੰ, ਹਿੰਦੁਸਤਾਨ ਨੂੰ ਦੱਸਣਾ ਚਾਹੁੰਦੇ ਹਾਂ ਬਈ ਜੋ ਬਟਾਲੇ ਦੀ ਇੱਕ ਫਿਗਰ ਪੇਸ਼ ਕੀਤੀ ਗਈ। ਸੇਖੜੀ ਸਾਹਿਬ ਨੇ ਕਹਿ ਦਿੱਤਾ, ਪਹਿਲੇ ਅਕਾਲੀ ਦੇ ਟਾਈਮ ਤੇ, ਭਾਜਪਾ ਦੇ ਟਾਈਮ ਤੇ ਕਿਹਾ ਗਿਆ ਸੀ ਪੰਜਾਬ ਨਸ਼ੇ ਦਾ ਘਰ ਬਣ ਗਿਆ। ਆਪਾਂ ਨਸ਼ਾ ਜਿਹੜਾ 1 ਮਿੰਟ 'ਚ ਹਟਾ ਦਾਂਗੇ, 1 ਮਹੀਨੇ ਦੇ ਵਿੱਚ। ਮੈਂ ਨਾ ਸਾਨੀ ਸਾਹਿਬ ਮੈਂ ਆ ਰਿਹਾ ਬਾਕੀ ਸਾਰੇ ਮਸਲਿਆਂ ਤੇ ਵੀ, ਲੇਕਿਨ ਜਿਹੜੀ ਗੱਲ ਤੁਸੀਂ ਕਹੀ ਬਾਕੀ ਲੋਕਾਂ ਕੋਲ ਜਾਣ ਤੋਂ ਪਹਿਲਾਂ ਹੁਣ ਲੋਕਾਂ ਕੋਲ ਚੱਲਦੇ ਹਾਂ। 2 ਸਾਲ ਦੇ ਕੰਮਕਾਜ ਲੱਗਦਾ ਹੈ ਕਿ ਸਰਕਾਰ ਦੇ ਜਿਹੜੇ ਹੈਗੇ ਉਹਨਾਂ ਦੇ ਆਧਾਰ ਤੇ ਵੋਟ ਹੋਏਗੀ ਜਾਂ ਸੈਂਟਰ ਦੇ ਕੰਮਾਂ ਦੇ ਆਧਾਰ ਤੇ ਵੋਟ ਪਾਣਗੇ ਬਟਾਲੇ ਦੇ, ਗੁਰਦਾਸਪੁਰ ਦੇ ਲੋਕ? ਦੇਖੋ ਭਾਜੀ, 2 ਸਾਲਾਂ ਦੇ ਵਿੱਚ ਸਿਵਾਏ ਬਾਬਾ ਜੀ ਦਾ ਠੁੱਲੂ ਦੇਣ ਤੋਂ ਇਹਨਾਂ ਨੇ ਪੰਜਾਬ ਵਾਸੀਆਂ ਨੂੰ ਕੁਝ ਵੀ ਨਹੀਂ ਦਿੱਤਾ। ਦੂਜੀ ਗੱਲ, ਮੈਂ ਮੇਰੇ ਸਤਿਕਾਰਯੋਗ ਸੇਖੜੀ ਸਾਹਿਬ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਵੀ ਆਪਣੇ ਘਰ ਇਹ ਕਿਹੜੇ ਰਸਤੇ ਰਹੀ ਜਾਂਦੇ ਆ? ਇਹਨਾਂ ਦੇ ਆਪ ਦੇ ਜਿਹੜੇ ਵਿਸ਼ਵਾਮਿੱਤਰ ਸੇਖੜੀ ਮਾਰਗ ਉਹ ਬਣ ਰਿਹਾ, ਇੱਕ ਪਰਲੇ ਬੰਨਿਓ ਜਿਹੜਾ ਇਹਨਾਂ ਦਾ ਮਾਰਗ ਜਾਂਦਾ ਘਰ ਨੂੰ ਉਹ ਬਣ ਰਿਹਾ। ਇਹ ਆਪ ਮੈਨੂੰ ਕੋਈ ਹੈਲੀਕਾਪਟਰ ਵੀ ਨਹੀਂ ਲੱਭਦਾ ਵੀ ਜਿਹਦੇ ਰਾਹੀਂ ਉੱਡ ਕੇ ਆਪਣੇ ਘਰ ਜਾਂਦੇ। ਉਹ ਕਿਹੜੇ ਰਸਤੇ ਰਹੀ? ਚਲੋ ਉਹ ਵੀ ਪੁੱਛਾਂਗੇ ਕਿਹੜੇ ਰਸਤੇ। ਹੋਰ ਕਿਹੜੇ ਮਸਲੇ ਨੇ ਤੁਹਾਨੂੰ ਲੱਗਦਾ ਹੈ ਇਹਨਾਂ ਦੇ ਆਧਾਰ ਤੇ ਵੋਟ ਹੋਣੇ ਚਾਹੀਦੇ ਨੇ? ਹਾਂਜੀ, ਮੈਂ ਮੈਨੇਜਰ ਅਤਰ ਸਿੰਘ, ਪੰਜਾਬ ਏਕਤਾ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ। ਮੈਂ ਸੇਖੜੀ ਸਾਹਿਬ को ਪੁੱਛਣਾ ਚਾਹੁੰਦਾ ਕਿ ਇਹਨਾਂ ਕੋ ਕੀ ਰਾਈਟ ਅੱਜ ਲੋਕਾਂ ਕੋ ਮਤਲਬ ਵੋਟਾਂ ਮੰਗਣ ਦਾ? ਅੱਜ ਤੁਹਾਡੇ ਬਹੁਤ ਹੀ ਪਪੂਲਰ ਫਿਗਰ ਜਿਹੜੀ ਸ਼ਮਸ਼ੇਰ ਸਿੰਘ ਦੂਲੋ ਦਾ ਬਿਆਨ ਆ ਕਿ ਪੁਲਿਸ ਤੇ ਸਮਗਲਰ ਤੇ ਐਡਮਿਨਿਸਟ੍ਰੇਸ਼ਨ ਜਿਹੜੇ ਤਿੰਨੇ ਰਲੇ ਹੋਏ ਨੇ ਨਸ਼ੇ ਦੇ ਵਿੱਚ। ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਕਈ ਗੁਣਾ ਜਿਹੜਾ ਵੱਧ ਚੁੱਕਾ ਵਾ। ਨਸ਼ਾ ਵੱਧ ਚੁੱਕਿਆ ਹੈ। ਹੋਰ ਕੋਈ ਮਸਲਾ ਹੈਗਾ? ਆ ਰਿਹਾ। ਸਭ ਤੋਂ ਪਹਿਲਾਂ ਮੈਂ ਜਨਤਾ ਟੀਵੀ ਚੈਨਲ ਦਾ ਧੰਨਵਾਦ ਕਰਦਾ ਤੇ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਸੇਖੜੀ ਸਾਹਿਬ ਨੂੰ ਕਿ ਸੇਖੜੀ ਸਾਹਿਬ, ਕੈਪਟਨ ਸਾਹਿਬ ਜਦੋਂ ਆਉਣ ਲੱਗੇ ਲੋਕ ਸਭਾ ਦੇ ਵਿੱਚ ਤਾਂ ਉਹਨਾਂ ਨੇ ਵਾਅਦੇ ਕੀਤੇ ਸੀ ਸ਼੍ਰੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗਾ ਪੰਜਾਬ ਚੋਂ। ਕੋਈ ਉਂਗਲ ਖੜੀ ਕਰਕੇ ਕਹਦੋ ਨਸ਼ਾ ਖਤਮ ਹੋਇਆ? ਦੱਸੋ ਜੀ। ਦੂਜਾ ਉਹਨੇ ਕਿਹਾ ਘਰ ਘਰ ਨੌਕਰੀ ਦੇਵਾਂਗੇ। ਮੈਨੂੰ ਦੱਸ ਦਿਓ ਕਿਹਨੂੰ ਨੌਕਰੀ ਮਿਲੀ ਹੈ? ਪੂਰੇ ਪੰਜਾਬ 'ਚ ਦੱਸ ਦਿਓ ਕਿਹਨੂੰ ਨੌਕਰੀ ਮਿਲੀ ਹੋਏ ਤੇ। ਇਹ ਇਸ ਕਰਕੇ ਆ ਜਿਹੜੀਆਂ ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਇਹਨਾਂ ਨੂੰ ਜਨਤਾ ਨੇ ਦੱਸ ਹੀ ਦੇਣਾ ਜਵਾਬ। ਜਨਤਾ ਨੇ ਦੱਸ ਦੇਣਾ। ਸਾਡੇ ਨਾਲ ਹੋਰ ਵੀ ਮਹਿਮਾਨ ਹੈਗੇ, ਮੈਂ ਆ ਰਿਹਾ ਪੀਟਰ ਸਾਹਿਬ ਤੁਹਾਡੇ ਕੋਲ ਵੀ। ਪੀਟਰ ਸਾਹਿਬ, ਸਵਾਲ ਵੱਡਾ ਹੈ ਕਿ ਨਸ਼ੇ ਦਾ ਮਸਲਾ ਪਹਿਲਾਂ ਵੀ ਸੀ, ਅੱਜ ਵੀ ਖੜਿਆ ਹੈ। ਬੇਰੋਜ਼ਗਾਰੀ ਪਹਿਲਾਂ ਵੀ ਸੀ, ਅੱਜ ਵੀ ਇਹ ਮਸਲਾ ਹੈਗਾ ਕਿ ਰੋਜ਼ਗਾਰ ਕਿੱਥੇ ਗਏ। ਲੱਗਦਾ ਕਿ ਸਾਰੇ ਮਸਲੇ ਉਹੀ ਨੇ, ਗੱਲ ਸਾਰੀ ਉਹੀ ਹੋ ਰਹੀ ਹੈ, ਲੇਕਿਨ ਲੋਕੀ ਵੋਟ ਕਿਸ ਆਧਾਰ ਤੇ ਦੇਣ? ਵੇਖੋ ਜੀ, ਇਹ ਜਿਹੜੇ ਮਸਲੇ ਤੁਸੀਂ ਪਹਿਲਾਂ ਕਹਿ ਦਿੱਤਾ ਕਿ ਉੱਥੇ ਦੇ ਉੱਥੇ ਹੀ ਖੜੇ ਨੇ। ਗੱਲ ਕਰੀਏ ਦੋਨਾਂ ਪਾਰਟੀਆਂ ਦੀ, ਲੰਬਾ ਸਮਾਂ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਔਰ ਲੰਬੇ ਸਮੇਂ ਨੂੰ ਲੈ ਕੇ, ਸ਼ੁਰੂ ਤੋਂ ਲੈ ਕੇ
ਅੱਜ ਤੱਕ ਦਾ ਇਤਿਹਾਸ ਕੱਢ ਲਓ ਕਿ ਅਸੀਂ ਕਿੱਥੋਂ ਦੇ ਕਿੱਥੇ ਚਲੇ ਗਏ। ਜੇ ਗੱਲ ਕਰੀਏ ਡਿਵੈਲਪਮੈਂਟ ਦੀ ਤੇ ਮੈਂ ਪ੍ਰੂਫ ਨਾਲ ਲੈ ਕੇ ਆਇਆ। ਇਹ ਰੋਡ ਨੇ ਫੋਟੋਆਂ, ਕੀ ਹਾਲ ਆ ਸਾਡੇ ਬਟਾਲੇ ਦਾ। ਇਹ ਬਿਲਕੁਲ ਜੀ ਐਸਐਲ ਬਾਵਾ ਡੀਏਵੀ ਕਾਲਜ ਆ, ਜਿਹਨੂੰ ਇਹ ਪਾਰਟੀਆਂ ਜਦੋਂ ਆਉਂਦੀਆਂ ਨੇ ਕਹਿ ਦਿੰਦੇ ਨੇ ਕਿ ਬੱਚੇ ਜਿਹੜੇ ਨੇ ਸਾਡੇ ਦੇਸ਼ ਦਾ ਭਵਿੱਖ ਆ ਤੇ ਭਵਿੱਖ ਝਿੱਕੜ ਚੋਂ ਲੰਘ ਰਿਹਾ ਜੀ। ਇਹ ਹਾਲਾਤ ਜੇ ਇਹਨਾਂ ਦੇ। ਜੇ ਗੱਲ ਕਰੀਏ ਜਾਖੜ ਸਾਹਿਬ ਦੇ ਵਾਅਦਿਆਂ ਦੀ ਤੇ ਮੈਂ ਪਹਿਲਾਂ ਜਵਾਬ ਇਹ ਲੈਣਾ ਚਾਹੁੰਦਾ, ਬਹੁਤੇ ਵੱਡੇ ਤੇ ਇਹਨਾਂ ਨੇ ਕੀਤੇ ਹੀ ਨਹੀਂ। ਇਹ ਨੌਜਵਾਨ ਵੀਰ ਇੰਨੇ ਇਸ ਜਗ੍ਹਾ ਤੇ ਨੇ, ਸਮਾਰਟਫੋਨ ਕਿਹਨੂੰ ਮਿਲ ਗਿਆ ਜੀ? ਕੋਈ ਹੱਥ ਖੜਾ ਕਰ ਦਿਓ। ਇੱਕ ਨੂੰ ਵੀ ਸਮਾਰਟਫੋਨ ਮਿਲਿਆ। ਫਿਰ ਉਸ ਤੋਂ ਬਾਅਦ 8 ਕਤਲ ਪੰਜਾਬ ਸਰਕਾਰ ਦੇ ਵਿੱਚ, ਜ਼ਿਲ੍ਹੇ ਦੇ ਅੰਦਰ 8 ਕਤਲ ਹੋਏ ਨੇ ਔਰ 8 ਕਤਲਿਆਂ ਦੇ FIR ਜਿਹੜੀ ਧਰਨੇ ਦੇ ਕੇ ਕਰਾਏ ਗਏ ਨੇ। ਛੋਟੀ ਬੱਚੀ ਅੰਜਲੀ ਪਿੰਡ ਜੋਗੋਵਾਲ ਜੱਟਾ ਰੇਪ ਕਰਕੇ ਮਾਰ ਦਿੱਤਾ ਗਿਆ। ਜਾਖੜ ਸਾਹਿਬ 1.5 ਮਹੀਨੇ ਬਾਅਦ ਉਹਦੇ ਘਰ ਅਫਸੋਸ ਕਰਨ ਪਹੁੰਚੇ ਨੇ। ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ? ਗਰਨੂਰ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਛੋਟਾ ਬੱਚਾ ਇੱਕ ਘਰ ਦਾ ਚਿਰਾਗ ਬੁੱਝ ਗਿਆ, ਗਟਰ 'ਚ ਡਿੱਗ ਕੇ ਮਰ ਗਿਆ। ਮੈਂ ਨਾ ਸ਼ਰਮ ਚਾਹੀਦੀ, ਅਜੇ ਵੀ ਵੋਟਾਂ ਮੰਗਣ ਦੀ ਗੱਲ ਕਰਦੇ ਨੇ। ਚਿਰਾਗ ਬੁਝਾਤੇ ਇਹਨਾਂ ਨੇ ਲੋਕਾਂ ਨੇ ਘਰਾਂ ਦੇ। ਇਹਨਾਂ ਦਾ ਕੋਈ ਰਾਈਟ ਨਹੀਂ ਆ ਵੋਟਾਂ ਮੰਗਣ ਦਾ ਜੀ। ਪਬਲਿਕ ਨੂੰ ਇਸ ਵੇਲੇ ਸੁਚੇਤ ਰਹਿਣਾ ਚਾਹੀਦਾ ਕਿ ਇਹ ਬਾਰ-ਬਾਰ ਆਪਸ 'ਚ ਹੀ ਰਲੇ ਨੇ, ਕਦੀ ਉਹ ਤੇ ਕਦੀ ਉਹ। ਸਵਾਲ ਵੱਡਾ ਹੀ ਹੈ ਕਿ ਇਲਜ਼ਾਮ ਲੱਗਦਾ ਕਿ ਜਿਹੜੇ ਸਾਰੇ ਤੇ ਸਾਰੇ ਹੈਗੇ ਉਹ ਰੜੇ ਹੋਏ ਨੇ। ਕਹਿੰਦੇ ਪੱਗਾਂ ਦੇ ਰੰਗ ਬਦਲ ਗਏ ਨੇ, ਬਾਕੀ ਸਿਸਟਮ ਸਾਰਾ ਉਹੀ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸੇਖੜੀ ਸਾਹਿਬ ਦਾ ਜਿਹੜਾ ਸਵਾਲ ਆ ਉਹਦਾ ਜਵਾਬ ਦੇਣਾ ਚਾਹੁੰਦਾ ਕਿ ਅੰਮ੍ਰਿਤ ਯੋਜਨਾ ਦੀ ਜਿਹੜੀ ਗੱਲ ਕੀਤੀ ਬਟਾਲੇ ਦੇ ਪੈਸੇ ਵਾਸਤੇ, ਆ ਨਵਜੋਤ ਸਿੰਘ ਸਿੱਧੂ ਦਾ ਵਿਧਾਨ ਸਭਾ 'ਚ ਲੋਦੀ ਨੰਗਲ ਸਾਹਿਬ ਨੇ ਕੁਐਸਚਨ ਪੁੱਟ ਕੀਤਾ, ਉਹਦਾ ਜਵਾਬ ਹੈ। ਇਹਦੇ ਵਿੱਚ ਉਹਨਾਂ ਨੇ 28.66 ਕਰੋੜ ਰੁਪਇਆ DPR ਦੀ ਮਿਤੀ 14/12/2016 ਨੂੰ ਪ੍ਰਵਾਨ ਕੀਤਾ ਸੀ। ਇਹ ਕਹਿੰਦੇ ਬਟਾਲੇ ਵਾਸਤੇ ਪੈਸਾ ਨਹੀਂ ਦਿੱਤਾ। ਮੈਂ ਸਬੂਤ ਨਾਲ ਲੈ ਗਿਆ। ਇਹਨਾਂ ਦਾ ਮੰਤਰੀ ਕਹਿ ਰਿਹਾ ਕਿ ਆਹ ਤਰੀਕ ਨੂੰ ਉਹ ਜਵਾਬ ਦੇ ਰਿਹਾ ਵਿਧਾਨ ਸਭਾ ਦੇ। ਪੈਸਾ ਰਿਲੀਜ਼ ਨਹੀਂ ਹੋਇਆ, 14/12/2016 ਨੂੰ ਪ੍ਰਵਾਨ ਕੀਤਾ ਗਿਆ ਸੀਗਾ। ਦਿੱਤਾ ਤੇ ਹੈ ਨਾ, ਤੁਸੀਂ ਕਹਿ ਰਹੇ ਸੀ ਮਨਜ਼ੂਰ ਨਹੀਂ ਹੋਇਆ, ਦਿੱਤਾ ਆ। ਬਾਕੀ ਤੁਸੀਂ ਬਟਾਲਾ ਦੀ ਗੱਲ ਕੀਤੀ, ਬਟਾਲਾ ਦਾ ਇੱਥੇ ਹਰ ਆਵਾਮ, ਹਰ ਸ਼ਖਸ, ਹਰ ਪਾਰਟੀ ਦਾ, ਹਰ ਧਿਰ ਦਾ ਬੰਦਾ ਇੱਥੇ ਬੈਠਾ। ਬਟਾਲਾ ਦੇ ਵਿੱਚ ਤੁਸੀਂ ਸੁੱਕੇ ਪੈਰੀ ਆਪਣੇ ਘਰ ਕਿਤੇ ਵੀ ਨਹੀਂ ਜਾ ਸਕਦੇ। ਮੇਰੇ ਤੋਂ ਪਹਿਲਾਂ ਮਾਲਟੂ ਜੀ ਨੇ ਦੱਸਿਆ ਵੀ ਕੋਈ ਰੋਡ ਦੱਸੋ ਸੇਖੜੀ ਸਾਹਿਬ ਜਿੱਥੋਂ ਤੁਸੀਂ ਆਪਣੇ ਘਰ ਨੂੰ ਜਾਂਦੇ ਹੋ, ਸੁੱਕੇ ਪੈਰੀ ਕਿੱਥੋਂ ਦੀ ਜਾਂਦੇ ਹੋ? ਸਾਰੇ ਰਸਤੇ ਬਲੌਕ ਨੇ ਇਸ ਵੇਲੇ। ਬਟਾਲੇ ਦਾ ਸੀਵਰੇਜ ਦਾ ਬੁਰਾ ਹਾਲ ਆ। ਜਦੋਂ ਦੇ ਜਾਖੜ ਸਾਹਿਬ ਆਏ ਨੇ ਉਹਨਾਂ ਨੂੰ ਜਿਹੜੀ ਗ੍ਰਾਂਟ ਮਿਲੀ ਹੈ, ਉਸ ਗ੍ਰਾਂਟ ਦਾ 12 ਕਰੋੜ ਕਿੰਨੇ ਲੱਖ ਰੁਪਇਆ ਪੈਂਡਿੰਗ ਪਿਆ, ਉਹ ਆਪਣੀ ਟਨਿਓਰ ਚ। ਸਭ ਤੁਹਾਡੀ ਸਰਕਾਰ ਵੇਲੇ ਕਿੰਨਾ ਹੋਇਆ? ਸਵਾਲ ਉਹ ਵੀ ਉੱਠਦਾ ਹੈ ਕਿ ਸਰਕਾਰ ਤਾਂ 10 ਸਾਲ ਤੁਹਾਡੀ ਵੀ ਰਹੀ, 10 ਸਾਲਾਂ 'ਚ ਤੁਸੀਂ ਕੀ ਕੁਝ ਕਰ ਲਿਆ? ਮਾਂ ਦਾ ਲੇਖਾ ਜੋਖਾ ਪੂਰਾ ਲੈ ਕੇ ਆਇਆ ਵਾਂ, ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵਾਂ। ਬਟਾਲਾ ਸ਼ਹਿਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ 2 ਕਰੋੜ ਰੁਪਇਆ ਸਾਡੀ ਸਰਕਾਰ ਨੇ ਲਾ ਕੇ ਸ਼ਿਵ ਜੀ ਦਾ ਆਡੀਟੋਰੀਅਮ ਕੰਪਲੀਟ ਕਰਵਾਇਆ। ਸਿਵਲ ਹਸਪਤਾਲ 'ਚ ਨਸ਼ਾ ਛਡਾਊ ਕੇਂਦਰ ਸਾਡੀ ਸਰਕਾਰ ਨੇ। ਬਾਈ ਇਲੈਕਸ਼ਨ 'ਚ ਕਿਉਂ ਤੁਹਾਡਾ ਕੈਂਡੀਡੇਟ ਹਾਰ ਗਿਆ? ਬਿੱਟੂ ਸਾਹਿਬ, ਬਾਈ ਇਲੈਕਸ਼ਨ 'ਚ ਹਾਰ 1,93,000 ਵੋਟਾਂ ਨਾਲ ਕਿਉਂ ਹੋਈ, ਉਹ ਦੱਸ ਦਿਓ। ਫਿਰ ਵੇਖੋ, ਉਸ ਵੇਲੇ ਜਿਹੜੀ ਜਿਮਨੀ ਚੋਣ ਹੁੰਦੀ, ਜਿਮਨੀ ਚੋਣ ਦੀ ਇਲੈਕਸ਼ਨ ਹਰ ਵੇਲੇ ਹੀ ਜਿਮਨੀ ਚੋਣ ਵਿੱਚ ਮੌਜੂਦਾ ਸਰਕਾਰ ਹੀ ਜਿੱਤਦੀ ਹੈ। ਉਹਨਾਂ ਨੇ ਜੇ ਮੌਕਾ ਦਿੱਤਾ ਕਾਂਗਰਸ ਨੂੰ, ਤੇ ਕਾਂਗਰਸ ਨੇ ਹੁਣ ਕੀਤਾ ਕੀ ਆ? ਇਹ ਦੱਸ ਦੇਣ ਸੇਖੜੀ ਸਾਹਿਬ ਕਿ 1.5 ਸਾਲ ਦੇ ਰਾਜ ਵਿੱਚ ਜਿਹੜਾ ਟਨਿਓਰ ਦੇ ਵਿੱਚ ਪੈਸੇ ਨਾਲ ਡਿਵੈਲਪਮੈਂਟ ਕਰਨੀ, ਉਹ ਆਪਣਾ ਪੈਸਾ ਤੇ MP ਫੰਡ ਦੇ ਵਿੱਚੋਂ ਵਰਤ ਹੀ ਨਹੀਂ ਸਕਿਆ, ਤੇ ਡਿਵੈਲਪਮੈਂਟ ਕਿੱਦਾਂ ਕਰਾਉਣੀ ਸੀ ਉਹਨੇ? ਮੈਂ ਬਾਕੀ ਮਸਲਿਆਂ ਦੀ ਵੀ ਗੱਲ ਕਰਾਂਗਾ। ਕਿਡਾਰੂ ਚੱਕ ਸਾਹਿਬ, ਇੱਕ ਸਵਾਲ ਵੱਡਾ ਹੈ ਕਿ ਨਵੀਂ ਪਾਰਟੀਆਂ ਨੂੰ ਪੰਜਾਬ ਦੇ ਲੋਕੀ ਸਿਰ ਮੱਥੇ ਨਹੀਂ ਲਾਉਂਦੇ। ਆਮ ਆਦਮੀ ਪਾਰਟੀ ਆਈ, ਚਲੋ 4 ਸੀਟਾਂ ਪਿਛਲੀ ਵਾਰੀ ਆ ਗਈਆਂ, ਮੁੱਖ ਵਿਰੋਧੀ ਧਿਰ ਵੀ ਹੋ ਗਈ, ਪਰ ਕਈ ਛੋਟੇ ਅਲਾਇੰਸ, ਕਈ ਪਾਰਟੀਆਂ ਦੇ ਅਲਾਇੰਸ ਹਰ ਵਾਰ ਚੋਣਾਂ 'ਚ ਬਣਦੇ ਨੇ। ਤੁਸੀਂ ਵੀ ਆਏ ਹੋ ਐਤਕੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਲੱਗਦਾ ਕਿ ਐਤਕੀ ਉਹ 2-3% ਤੋਂ ਉੱਤੇ ਦਾ ਕੁਝ ਇਜ਼ਾਫਾ ਹੁੰਦਾ ਨਜ਼ਰ ਆਏਗਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ PDA ਆ ਪੰਜਾਬ ਦੇ ਲੋਕਾਂ ਦੀਆਂ ਆਸਾਂ ਦਾ ਕਿਰਨ ਬਣ ਕੇ ਆਈ ਹੈ। ਇਹ ਉਹ ਧਿਰਾਂ ਨੇ ਜਿਹੜੀਆਂ ਲਗਾਤਾਰ ਪੰਜਾਬ ਦੇ ਲੋਕਾਂ ਦੀਆਂ ਜੜ੍ਹਾਂ ਨਾਲ ਜੁੜੀਆਂ ਨੇ, ਲੋਕਾਂ ਦੇ ਮੁੱਦੇ ਲਗਾਤਾਰ ਐਸਟੈਬਲਿਸ਼ ਕਰਦੇ ਆ, ਉੱਤੇ ਮੂਵਮੈਂਟ ਕਰਦੇ ਆ, ਲੜਦੇ ਆ। ਔਰ ਮੈਂ ਤੁਹਾਡੇ ਰਾਹੀਂ ਇਹ ਗੱਲ ਕਹਿਣਾ ਇਹ ਚਾਹੁੰਦਾ ਆ ਵੀ ਅੱਜ ਸਭ ਤੋਂ ਵੱਡਾ ਸਵਾਲ, ਮੈਂ ਨਿੱਜੀ ਨਹੀਂ ਕਿਸੇ ਤੇ ਗੱਲ ਲਵਾਂਗਾ, ਸਭ ਤੋਂ ਵੱਡਾ ਸਵਾਲ ਸਾਡੀਆਂ ਦੋਹਾਂ ਧਿਰਾਂ ਨੇ ਜਿਹੜਾ ਬਾਰ-ਬਾਰ ਰਾਜ ਕੀਤਾ ਹੈ, ਪੰਜਾਬ 'ਚ ਕੀਤਾ ਆ, ਦੇਸ਼ ਦੇ ਅੰਦਰ ਕੀਤਾ ਆ, ਇਹਨਾਂ ਨੇ ਰਾਜਨੀਤੀ ਦੀ ਕ੍ਰੈਡੀਬਿਲਿਟੀ ਤਬਾਹ ਕਰਤੀ। ਅੱਜ ਸਭ ਤੋਂ ਵੱਡਾ ਸਵਾਲ ਹੈ ਵੀ ਲੋਕਾਂ ਦੇ ਅੰਦਰ ਰਾਜਨੀਤੀ ਦਾ ਭਰੋਸਾ ਪੈਦਾ ਕਰਨਾ, ਇਹ ਸਾਡੇ ਲਈ ਇੱਕ ਚੁਣੌਤੀ ਹੈ। ਜਿੱਥੋਂ ਤੱਕ ਗੁਰਦਾਸਪੁਰ ਦੀ ਚੋਣ ਦਾ ਮਤਲਬ ਸਵਾਲ ਹੈ, ਅੱਜ ਗੁਰਦਾਸਪੁਰ ਦੇ ਲੋਕ 1644 ਪਿੰਡ ਨੇ ਗੁਰਦਾਸਪੁਰ ਦੇ, 2 ਸਾਡੇ ਨਗਰ ਨਿਗਮ ਬਣ ਗਏ ਆ। ਮੈਂ ਕਹਿਣਾ ਇਹ ਚਾਹੁੰਦਾ ਆ ਵੀ ਗੁਰਦਾਸਪੁਰ ਦਾ ਕੋਈ ਪਿੰਡ, ਗੁਰਦਾਸਪੁਰ ਦਾ ਕੋਈ ਮਹੱਲਾ ਐਸਾ ਦੱਸ ਦੇਣ
ਜਿਸ ਮਹੱਲੇ ਦੇ ਅੰਦਰ ਪਿੰਡ ਦੇ ਅੰਦਰ ਘਰ ਘਰ ਨਸ਼ਾ ਨਹੀਂ ਜਾ ਰਿਹਾ। ਔਰ ਦੁੱਖ ਇਸ ਗੱਲ ਦਾ ਕਿ ਜਿਸ ਮਾਫੀਆ ਰਾਜ ਦੇ ਖਿਲਾਫ ਕਾਂਗਰਸ ਨੇ ਲੋਕਾਂ ਨੂੰ ਕੈਰੀ ਕਰਕੇ ਵੋਟਾਂ ਲਈਆਂ, ਅੱਜ ਉਸ ਰਾਜ ਪ੍ਰਬੰਧ ਦੇ ਅੰਦਰ ਸਾਡੀ 33 ਵਰਿਆਂ ਦੀ ਕੁੜੀ ਪੰਜਾਬ ਦੀ ਮਾਰਤੀ 4-5 ਦਿਨ ਪਹਿਲਾਂ ਗੋਲੀਆਂ ਮਾਰ ਕੇ ਆ ਡਰੱਗਸ ਮਾਫੀਆ ਨੇ। ਸੋ ਇਸ ਕਰਕੇ ਅੱਜ ਦੋਵਾਂ ਪਾਰਟੀਆਂ ਨੂੰ, ਚਾਹੇ ਉਹ ਪੰਜਾਬ ਦਾ ਅਕਾਲੀ ਬੀਜੇਪੀ ਕੰਬੀਨੇਸ਼ਨ ਹੈ, ਚਾਹੇ ਪੰਜਾਬ ਦੇ ਅੰਦਰ ਅਮਰਿੰਦਰ ਸਿੰਘ ਦੀ ਸਰਕਾਰ ਹੈ, ਇਹ ਮਤਲਬ ਫੇਲੀਅਰ ਨੇ, ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਕਰ ਸਕੇ। ਇਸ ਕਰਕੇ ਅੱਜ ਪੀਡੀਏ ਜਿਹੜਾ ਆ ਲੋਕਾਂ ਦੀ ਆਸ ਦੀ ਕਿਰਨ ਬਣ ਕੇ ਆਇਆ। ਅਸੀਂ ਇੱਕ ਰੋਚਕ ਮੁਕਾਬਲਾ ਬਣਾਵਾਂਗੇ ਗੁਰਦਾਸਪੁਰ ਦੇ ਅੰਦਰ। ਔਰ ਮੈਂ ਕਹਿਣਾ ਇਹ ਚਾਹੁੰਦਾ ਵੀ ਕਾਂਗਰਸ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਹੈ, ਜਿਨੇ ਮਤਲਬ ਕਈ ਵਰੇ ਦੇਸ਼ ਦੇ ਅੰਦਰ ਰਾਜ ਕੀਤਾ, ਪੰਜਾਬ 'ਚ ਰਾਜ ਕੀਤਾ, ਔਰ ਜਿਹਦੇ ਕੋਲ ਦੇਸ਼ ਦੀ ਆਜ਼ਾਦੀ ਦੇ ਅੰਦਰ ਯੋਗਦਾਨ ਪਾਉਣ ਦੀ ਇੱਕ ਹਿਸਟਰੀ ਵੀ ਆ, ਬਦਕਿਸਮਤੀ ਹੈ ਵੀ ਅੱਜ ਗੁਰਦਾਸਪੁਰ ਦੇ ਅੰਦਰ ਇੱਕ ਵੀ ਬੰਦਾ ਉਹਨਾਂ ਨੂੰ ਕਾਬਲ ਨਹੀਂ ਲੱਭਿਆ ਵੀ ਇੱਥੇ ਆ ਕੇ ਕਿਸੇ ਬੰਦੇ ਨੂੰ ਟਿਕਟ ਦੇਣ। ਬਾਹਰੀ ਬੰਦਾ ਆ ਕੇ ਮੈਂ ਉਹਦੇ ਤੇ ਵੀ ਆਵਾਂਗਾ, ਬਿਲਕੁਲ ਵਾਜਬ ਪੁਆਇੰਟ ਤੁਸੀਂ ਰੱਖਿਆ, ਉਹਦੇ ਤੇ ਵੀ ਆਵਾਂਗਾ। ਪਰ ਮਸਲਾ ਜਿਹੜਾ ਕਿ ਨਸ਼ੇ ਦਾ ਵੀ ਹੈਗਾ, ਨਸ਼ੇ ਨੂੰ ਲੈ ਕੇ ਲੱਗਦਾ ਕਿ ਸਰਕਾਰ ਨੇ ਕੁਝ ਕੀਤਾ, ਕਿਉਂਕਿ ਸਰਹੱਦੀ ਇਲਾਕਾ ਹੈਗਾ, ਗੁਰਦਾਸਪੁਰ ਬਾਰਡਰ ਨਾਲ ਲੱਗਦੀ ਬੈਲਟ ਹੈ, ਨਸ਼ੇ ਨੂੰ ਲੈ ਕੇ ਕੋਈ ਕੰਮ ਹੋਇਆ? ਨਸ਼ੇ ਨੂੰ ਲੈ ਕੇ ਕੰਮ ਹੋਇਆ ਵਾ ਵੀ ਕਾਂਗਰਸੀਆਂ ਦੇ ਘਰ ਭਰ ਗਏ ਨੇ। ਬਟਾਲੇ ਵਿੱਚ 35 ਵਾਰਡ ਨੇ ਤੇ 35 ਵਾਰਡਾਂ 'ਚ ਮੈਂ 2-3 ਵਾਰੀ ਇਹਨਾਂ ਨੂੰ ਸਲਾਹ ਵੀ ਦਿੱਤੀ ਏ, ਸਾਹਿਬ ਕੋ ਵੀ ਗਿਆ ਵਾਂ ਇਸੇ ਕੰਮ 'ਚ ਵੀ ਸਰ 35 ਵਾਰਡ ਨੇ, ਮੈਂ ਇਸ ਵਾਰਡ ਦਾ ਕਾਉਂਸਲਰ ਆ। ਮੈਂ ਕਹਾ ਜੀ ਮੇਰੇ ਮਹੱਲੇ 'ਚ 5 ਬੰਦੇ ਮੈਂ ਸਮਝ ਲਓ ਤੁਸੀਂ ਨਸ਼ਾ ਕਰਦੇ ਆ, ਮੈਂ ਤੁਹਾਨੂੰ ਕਹਿਣ ਡਿਆ ਖੁਦ ਸ਼ਰੇਆਮ, ਪਰ ਪੁਲਿਸ ਨਹੀਂ ਫੜਦੀ। ਕਿਉਂ ਨਹੀਂ ਫੜਦੀ? ਉਹਨਾਂ ਕੋਲ ਪੈਸੇ ਲੈਂਦੇ ਨੇ। ਠੀਕ ਹੈ, ਹੋਰ ਕੀ ਮਸਲੇ ਹੈਗੇ? ਮੇਰਾ ਜਿਹੜਾ ਸਵਾਲ ਹੈ ਉਹ ਕਾਂਗਰਸ ਤੋਂ ਔਰ ਆਪ ਤੋਂ ਦੋਨਾਂ ਤੋਂ ਆ। ਕਾਂਗਰਸ ਤੋਂ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਅਜੇ ਪਰਸੋਂ ਹੀ ਅਖਬਾਰ 'ਚ ਆਇਆ ਸੀਗਾ ਕਿ ਇੱਕ ਓਵਰਡੋਜ਼ ਨਾਲ ਇੱਕ ਲੜਕੇ ਦੀ ਡੈਥ ਹੋ ਗਈ। ਪਹਿਲੀ ਗੱਲ ਤੇ ਇਹਨਾਂ ਨੇ ਕਿਹਾ ਕਿ ਨਸ਼ਾ ਮੁਕਾ ਦਿਆਂਗੇ। ਉਸ ਤੋਂ ਪਹਿਲਾਂ ਇਲਜ਼ਾਮ ਲਾਉਂਦੇ ਸੀ ਬਿਕਰਮਜੀਤ ਜੀ ਮਜੀਠੀਆ ਦੇ ਕਿ ਉਹ ਨਸ਼ਾ ਵੇਚਦੇ ਆ। ਹੁਣ ਤੁਹਾਡੇ 'ਚੋਂ ਕੌਣ ਨਸ਼ਾ ਵੇਚਦਾ? ਜੇ ਨਸ਼ਾ ਵੇਚਦੇ ਆ ਤਾਂ ਹਿੰਮਤ ਆ ਤੇ ਕਰਾਓ ਉੱਤੇ ਪਰਚਾ, ਕਰਾਓ ਉਹਨਾਂ ਤੇ ਪਰਚਾ। ਉਹ ਤਾਂ ਇਸ ਕੰਮ 'ਚ ਨਹੀਂ ਸੀਗੇ। ਬੇਫਜ਼ੂਲ ਇਲਜ਼ਾਮ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਲੈ ਕੇ ਆਏ, ਝੂਠੇ ਇਲਜ਼ਾਮ ਲਾ ਕੇ, ਜਦਕਿ ਨਸ਼ੇ ਵਿੱਚ ਇਹਨਾਂ ਦੀ ਸਰਕਾਰ ਪਹਿਲਾਂ ਵੀ ਇਨਵੋਲਵ ਸੀ, ਹੁਣ ਵੀ ਨਸ਼ਾ ਸਰਕਾਰਾਂ ਇਨਵੋਲਵ ਨੇ। ਤੁਸੀਂ ਸਿੱਧੇ ਤੌਰ ਤੇ ਕਹਿਣਾ ਚਾਹ ਰਹੇ ਹੋ ਕੰਮ ਨਹੀਂ ਹੋਇਆ? ਹਾਂਜੀ, ਜਿੱਥੋਂ ਤੱਕ ਸਵਾਲ ਹੈ ਡਿਬੇਟ ਦੇ ਉੱਤੇ ਨਸ਼ੇ ਦੀ ਗੱਲ ਕਰਦੇ ਹੋ, ਨਸ਼ਾ ਵਧਿਆ ਵੀ ਹੈ। ਨਸ਼ੇ ਦੀ ਅੱਗੇ ਕਹਿੰਦੇ ਸੀ 5 ਦਰਿਆਵਾਂ ਦਾ 6ਵਾਂ ਦਰਿਆ ਵਗਦਾ। ਅੱਜ ਪੰਜਾਬ ਦੇ ਅੰਦਰ ਸਰਕਾਰ ਨੇ ਨਸ਼ਾ ਘਰ ਘਰ ਪਹੁੰਚਾ ਦਿੱਤਾ ਔਰ ਘਰ ਘਰ ਗਲੀ ਗਲੀ ਮਹੱਲੇ 'ਚ ਤੁਸੀਂ ਇੱਦਾਂ ਕਰੋ, ਤੁਹਾਡੇ ਕੋਲ ਚੈਨਲ ਆ, ਮਾਧਿਅਮ ਹੈ, ਜਨਤਾ ਟੀਵੀ ਦੇ ਚੈਨਲ ਤੋਂ ਆਏ ਹੋ, ਆਓ ਕਿਸ ਗਲੀ ਮਹੱਲੇ 'ਚ ਨਸ਼ਾ ਨਹੀਂ ਵਿਕਦਾ, ਜਿਹੜਾ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਅਦ, ਜਿਹੜਾ ਪੰਜਾਬ ਦੇ ਵਾਸਤੇ ਸਭ ਪੰਜਾਬੀਆਂ ਦਾ ਸਿਰਮੌਰ, ਉਸ ਸਿਰਮੌਰ ਨੂੰ ਇਹਨਾਂ ਨੇ ਕਾਂਗਰਸ ਸਰਕਾਰ ਨੇ ਨੀਵਾਂ ਕੀਤਾ। ਜਿੱਥੋਂ ਤੱਕ ਸਵਾਲ ਹੈ ਵੀਰ, ਮੈਂ ਕਹਾਂਗਾ ਅੰਮ੍ਰਿਤ ਸਕੀਮ ਦੇ ਬਾਰੇ ਕੋਈ ਗੱਲ ਕੀਤੀ ਗਈ, ਸ਼ਾਇਦ ਮੇਰੇ ਵੀਰ ਅਸ਼ਵਨੀ ਸੇਖਰੀ ਨੂੰ ਇਹ ਨਹੀਂ ਪਤਾ ਕਿ ਅੰਮ੍ਰਿਤ ਸਕੀਮ ਟੋਟਲ ਹੈ ਹੀ ਕੇਂਦਰ ਸਰਕਾਰ ਦੀ। ਜੇ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਦੁਆਰਾ ਸਕੀਮ ਲਿਆਂਦੀ ਗਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਇਸ ਨੂੰ ਲਾਗੂ ਕੀਤਾ, ਸਮਾਰਟ ਸਿਟੀ ਵੀ ਲਾਗੂ ਕੀਤਾ। ਦੂਸਰੀ ਗੱਲ, ਅੰਮ੍ਰਿਤ ਸਕੀਮ ਦਾ ਪੈਸਾ ਅੱਜ ਨਹੀਂ ਆਇਆ, ਕੇਂਦਰ ਦਾ ਪੈਸਾ ਇਹਨਾਂ ਨੂੰ ਕੇਂਦਰ ਵੱਲੋਂ ਉਹਨਾਂ ਨੇ ਦਿਖਾ ਦਿੱਤਾ ਵੀ ਪਹਿਲਾਂ ਆ ਗਿਆ। ਇਹਨਾਂ ਨੇ ਇਸ ਨੂੰ ਜਾਣਬੁੱਝ ਕੇ ਕਿ ਇਹਦੀ ਕ੍ਰੈਡੀਬਿਲਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਨੂੰ ਨਾ ਜਾਏ, ਉਹਨੂੰ ਡਿਲੇ ਕਰਕੇ ਬਟਾਲਾ ਵਾਸੀਆਂ ਨੂੰ ਸੀਵਰੇਜ ਦੇ ਅੰਦਰ ਡੋਬਿਆ। ਕ੍ਰੈਡਿਟ ਪੋਲਿਟਿਕਸ ਦੇ ਤੌਰ ਤੇ ਸੇਖੜੀ ਸਾਹਿਬ ਕੀ ਇਹ ਵਜ੍ਹਾ ਮੰਨੀ ਜਾ? ਨਾਲੇ ਨਸ਼ੇ ਨੂੰ ਲੈ ਕੇ ਸਾਰੇ ਲੋਕੀ ਕਹਿ ਰਹੇ ਨੇ ਘਟਿਆ ਨਹੀਂ, ਵੱਧ ਗਿਆ, ਸਰਕਾਰ ਨੇ ਘਰਾਂ ਤੱਕ ਪਹੁੰਚਾਤਾ, ਸਗੋਂ ਹੁਣ ਤੇ ਮਹਿੰਗਾ ਵੀ ਹੋ ਗਿਆ, ਤੇ ਆਪ ਸਰਕਾਰ ਵੀ ਕਹਿੰਦੀ ਹੈ। ਪਹਿਲੇ ਤੁਸੀਂ ਦੱਸੋ, ਤੁਹਾਨੂੰ ਕਿੱਥੋਂ ਪਤਾ ਕਿ ਮਹਿੰਗਾ ਹੋ ਗਿਆ? ਤੁਹਾਡੀ ਸਰਕਾਰ ਕਹਿੰਦੀ ਹੈ ਜੀ, ਸਰਕਾਰ ਕਹਿੰਦੀ ਹੈ। ਦੇਖੋ ਬਾਬਾ ਜੀ, ਹੁਣ ਸਾਰੇ ਮੇਰੇ ਭਰਾਵਾਂ ਨੇ ਬੜੇ ਵੈਲਿਡ ਸਵਾਲ ਕੀਤੇ ਨੇ, 2-4 ਮਿੰਟ ਟਾਈਮ ਦੇ ਦੇਣਾ ਤਾਂ ਕਿ ਮੈਂ ਕਲੈਰੀਫਾਈ ਤੇ ਕਰ ਹੀ ਸਕਾਂ। ਦੇਖੋ ਨਰੇਸ਼ ਜੀ ਪ੍ਰਧਾਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਇਹ ਸਹੀ ਕਹੀ ਹੈ ਕਿ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਅੰਮ੍ਰਿਤ ਵਾਲੀ, ਉਹਦੇ 'ਚ 30% ਪੈਸਾ ਪੰਜਾਬ ਸਰਕਾਰ ਨੇ ਲਾਣਾ ਸੀ। 30% ਜਿਹੜਾ ਬਿੱਟੂ ਜੀ ਨੇ ਦੱਸਿਆ 28 ਕਰੋੜ ਰੁਪਇਆ, ਇਹ ਵੀ ਇਹਨੇ ਸਹੀ ਕਿਹਾ, ਬਜਟ ਦੇ ਵਿੱਚ ਰੱਖਿਆ ਗਿਆ ਪਰ ਦਿੱਤਾ ਨਹੀਂ ਗਿਆ ਪੈਸਾ। ਪਾਸ 2016 ਚ ਕਰਵਾਈ, 16 ਸ਼ਹਿਰ ਪੰਜਾਬ ਦੇ ਵਿੱਚ ਆਏ, ਪੈਸਾ ਦਿੱਤਾ ਨਹੀਂ ਗਿਆ। ਪਿਛਲੇ 2 ਸਾਲ ਤੋਂ ਨਹੀਂ ਦਿੱਤਾ ਗਿਆ। ਹੁਣ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਾਖੜ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਪੈਸੇ ਭੇਜੇ, 184.41 ਕਰੋੜ ਦਾ ਟੈਂਡਰ ਲੱਗ ਗਿਆ, ਪੈਸੇ ਜਮ੍ਹਾਂ ਕਰਾ ਦਿੱਤੇ ਗਏ,
ਔਰ ਇਹ ਕਹਿ ਦਿੱਤਾ ਗਿਆ ਕਿ ਜਦੋਂ ਇਹ ਬਣ ਜਾਏਗਾ ਸਾਰਾ ਸਿਸਟਮ ਬਟਾਲੇ ਦਾ ਤੇ ਅਗਲੇ 10 ਸਾਲ ਉਹਦੀ ਮੇਨਟੇਨੈਂਸ ਵੀ ਉਹੀ ਕੰਪਨੀ ਕਰੇਗੀ ਜਿਹੜਾ ਕਿ ਸੋ ਬਟਾਲੇ ਦਾ ਜਿਹੜਾ ਕੋਡ ਹੈਗਾ ਉਹਨੂੰ ਕੱਟਣ ਦਾ ਇੰਤਜ਼ਾਮ ਤੇ ਕਾਂਗਰਸ ਪਾਰਟੀ ਨੇ ਕਰ ਦਿੱਤਾ। ਦੂਜੀ ਗੱਲ ਕੱਢਿਆ ਕਦੋਂ ਜਾਣਾ ਸੇਖੜੀ ਸਾਹਿਬ, ਸਵਾਲ ਵੱਡਾ ਹੀ ਹੈ, ਸਾਰੀ ਚੀਜ਼ ਦਾ ਸਰਕਾਰ ਇੰਤਜ਼ਾਮ ਕਰ ਰਹੀ ਹੈ ਪਰ ਉਸ ਬਿਮਾਰੀ ਦਾ ਹੱਲ ਕੀ ਹੈ? ਦੱਸ ਤੇ ਰਿਹਾ ਜੀ, ਗੱਲ ਸੁਣਨੀ ਚਾਹੀਦੀ ਹੈ, ਹਰ ਬੰਦੇ ਨੂੰ ਮੌਕਾ ਦਿੱਤਾ, ਗੱਲ ਸੁਣਨੀ ਚਾਹੀਦੀ ਹੈ। ਦੂਜੀ ਗੱਲ, ਪਹਿਲਾ ਸੀਵਰ ਜਿਹੜਾ ਬਟਾਲੇ 'ਚ ਪਿਆ 1999 'ਚ ਪਿਆ ਸੀ, ਮੈਂ ਉਸ ਵੇਲੇ MLA ਸੀਗਾ। ਬਟਾਲੇ ਦਾ ਰਿੰਗ ਸੀਵਰ ਉਸ ਵੇਲੇ 14 ਕਰੋੜ ਦਾ ਪਿਆ। ਉਸ ਤੋਂ ਬਾਅਦ ਜਦੋਂ ਮੈਂ ਮਿਨਿਸਟਰ ਬਣਿਆ 2002 ਤੋਂ 2007 ਤੱਕ ਅਲੀਵਾਲ ਰੋਡ ਦਾ ਸੀਵਰ, ਡੇਰਾ ਰੋਡ ਦਾ ਸੀਵਰ, ਗੁਰਦਾਸਪੁਰ ਰੋਡ ਦਾ ਸੀਵਰ, ਜਲੰਧਰ ਰੋਡ ਦਾ ਸੀਵਰ ਉਹ ਉਸ ਵੇਲੇ ਪਏ। ਮੇਰੇ ਫੋਟੋਆਂ ਮੱਸੀ ਸਾਹਿਬ ਕਿਹੜੀਆਂ ਵਿਖਾ ਰਹੇ ਨੇ? ਮਸੀਹ ਸਾਹਿਬ ਜਿਹੜੇ ਨੇ ਉਹਨਾਂ ਦਾ ਵੀ ਤਾਂ ਜਵਾਬ ਦਿਓ ਨਾ। ਹਾਂਜੀ ਦੇਖੋ, ਜਿਹੜੀ ਮਸੀਹ ਸਾਹਿਬ ਨੇ ਗੱਲ ਕੀਤੀ ਹੈ, ਮਸੀਹ ਸਾਹਿਬ ਪਹਿਲੀ ਵਾਰੀ ਚੁਣਾਵ ਲੜਨ ਲੱਗੇ ਨੇ, ਚੁਣਾਵ ਲੜਨ, ਇਸ ਤੋਂ ਬਾਅਦ ਇਹਨਾਂ ਕੋਲ ਸਵਾਲ ਪੁੱਛਾਂਗੇ, ਰਸਤੇ 'ਚ ਵੀ ਪੁੱਛਾਂਗੇ। ਸਿੱਧਾ ਸਵਾਲ ਹੈ, ਚੋਣਾਂ ਲੜ ਕੇ ਵਿਖਾਓ, ਉਸ ਤੋਂ ਬਾਅਦ ਸਵਾਲ ਦਾ ਜਵਾਬ ਤੁਹਾਡੇ ਤੋਂ ਲਵਾਂ। ਅਜੇ ਤੇ ਇਹਨੂੰ ਪਤਾ ਹੀ ਨਹੀਂਗਾ, ਅਜੇ ਤੇ ਸਿਰਫ ਪੇਪਰ ਜਮ੍ਹਾਂ ਕਰਦੇ ਸੀ ਤੇ ਬੈਠ ਜਾਂਦੇ ਸੀ ਕੁਛ ਨਾ ਕੁਛ ਕੰਸਲਟੇਸ਼ਨ ਲੈ ਕੇ। ਅਜੇ ਚੁਣਾਵ ਲੜ ਲੈਣ, ਮੈਂ ਉਮੀਦ ਕਰਦਾ ਕਿ ਚੁਣਾਵ ਲੜਨਗੇ, ਪੂਰਾ ਲੜਨਗੇ। ਮਸੀਹ ਸਾਹਿਬ ਨੇ SL ਬਾਵਾ ਕਾਲਜ ਦੀ ਸੜਕ ਤੇ ਦਿਖਾਤੀ, ਪਰ ਅਫਸੋਸ ਇਸ ਚੀਜ਼ ਦਾ ਕਿ ਸਾਡੇ ਸ਼ਹਿਰ ਦੇ ਜਿਹੜੇ 5 ਵੱਡੀਆਂ ਸਲਮ ਸੀਗੀਆਂ, ਉਹਦੇ 'ਚ ਈਸਾ ਨਗਰ ਇੱਕ ਬਹੁਤ ਵੱਡੀ ਸਲਮ ਸੀਗੀ ਜਿੱਥੇ ਬੜਾ ਹੀ ਬੁਰਾ ਹਾਲ ਸੀ। ਇਹਨਾਂ ਨੇ ਉਹ ਗਲੀਆਂ ਨਹੀਂ ਦਿਖਾਈਆਂ, ਚਾਹੇ ਨਰੇਸ਼ ਜੀ ਪ੍ਰਧਾਨ ਸਨ, ਚਾਹੇ ਕੁਝ ਵੀ ਸੀ, ਕਾਂਗਰਸ ਪਾਰਟੀ ਨੇ ਉਹ ਗਲੀਆਂ BJP ਦੀ ਕਮੇਟੀ ਕੋਲੋਂ ਬਣਵਾਈਆਂ। ਅੱਜ ਬਟਾਲੇ ਸ਼ਹਿਰ ਦੀ ਸਭ ਤੋਂ ਤੁਸੀਂ ਨਸ਼ੇ ਦਾ ਵੀ ਤਾਂ ਜਵਾਬ ਦਿਓ ਨਾ, ਜਿਹੜੇ ਨੌਜਵਾਨ ਲਗਾਤਾਰ ਕਹਿ ਰਹੇ। ਉਹਦੇ MC ਸਾਹਿਬ ਨੇ ਨਸ਼ੇ ਦਾ ਇੱਕ ਗੱਲ ਕਹੀ ਕਿ ਜੀ ਕਾਂਗਰਸੀ ਅਮੀਰ ਹੋ ਗਏ ਨਸ਼ੇ 'ਚ, ਠੀਕ ਹੈ। ਮੈਂ ਸਮਝਦਾ ਕਿ ਇਹ ਇਲਜ਼ਾਮ ਇਹਨਾਂ ਦਾ ਗਲਤ ਹੈ। ਬਟਾਲੇ ਸ਼ਹਿਰ ਦਾ ਕੋਈ ਕਾਂਗਰਸੀ, ਘੱਟੋ ਘੱਟ ਮੈਂ SSP ਨੂੰ ਕਿਹਾ ਜਦੋਂ ਦੀ ਸਰਕਾਰ ਬਣੀ ਹੈ ਕਿ ਜੇ ਕੋਈ ਕਾਂਗਰਸੀ ਨਸ਼ੇ ਵਾਲੀ ਸਪੋਰਟ ਕਰਨ ਆਏ ਤਾਂ ਉਹਨੂੰ ਪਹਿਲਾਂ ਫੜ ਕੇ ਅੰਦਰ ਬਿਠਾਓ। ਨੰਬਰ 2 ਅਸ਼ਵਨੀ ਸੇਖੜੀ ਨੇ ਅੱਜ ਤੱਕ ਨਸ਼ਿਆਂ ਦਾ ਵਿਰੋਧ ਕੀਤਾ ਤਾਂ ਕਰਦਾ ਰਹੇਗਾ। ਦੁਨੀਆ ਦੀ ਸਭ ਤੋਂ ਵੱਡੀ, ਬਹਿ ਜਾਓ ਭਾਜੀ, ਬਹਿ ਜਾਓ, ਗੱਲ ਸੁਣਨ ਦਿਓ। ਪੰਜਾਬ ਦੇ 1650 ਕਾਲਜਾਂ ਦਾ ਮੈਂ ਪ੍ਰਧਾਨ ਹਾਂ, ਜਿਹਦੇ 'ਚ 10 ਲੱਖ ਤੋਂ ਵੱਧ ਬੱਚਾ ਪੜ੍ਹਦਾ। ਉਹ ਸਾਰੇ ਕਾਲਜਾਂ 'ਚ ਨਸ਼ਿਆਂ ਦੇ ਖਿਲਾਫ ਆਪਾਂ ਸੈਮੀਨਾਰ ਕੀਤੇ, ਔਰ ਦੁਨੀਆ ਦੀ ਸਭ ਤੋਂ ਵੱਡੀ ਨਸ਼ਿਆਂ ਦੇ ਖਿਲਾਫ ਜਿਹੜੀ ਰੈਲੀ ਕੀਤੀ ਹੈ, ਟਰੈਕਟਰ ਰੈਲੀ, ਉਹ ਬਟਾਲੇ 'ਚ 9 ਫਰਵਰੀ ਨੂੰ ਕੀਤੀ। ਫਿਰ ਵੀ ਨਸ਼ਾ ਘੱਟ ਕਿਉਂ ਨਹੀਂ ਹੋ ਰਿਹਾ ਸੇਖੜੀ ਸਾਹਿਬ? ਇਹੀ ਇੱਕ ਵੱਡਾ ਸਵਾਲ। ਮੈਂ ਦੱਸਣਾ ਚਾਹੁੰਦਾ, ਸੇਖੜੀ ਸਾਹਿਬ ਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜਾ ਪੈਸਾ ਪ੍ਰਵਾਨ ਹੋਇਆ ਉਹ ਮਿਲਣਾ ਸੀ, ਉਹਦੇ 'ਚ ਦੇਰੀ ਕਿਉਂ ਹੋਈ? ਤੁਹਾਡੇ ਸਿੱਧੂ ਸਾਹਿਬ ਨੇ ਦੱਸਿਆ ਕਿ STP ਜਿਹੜੇ ਇੱਥੇ ਲੱਗਣੇ ਸੀ ਉਹਦੇ ਵਾਸਤੇ ਢੁਕਵੀਂ ਥਾਂ ਦਾ ਪ੍ਰਬੰਧ ਨਹੀਂ ਹੋ ਸਕਿਆ, ਜਿਸ ਕਰਕੇ ਦੇਰੀ ਹੋਈ ਤੇ ਇਸ ਕਰਕੇ ਹੁਣ ਪੈਸਾ ਆਇਆ। ਇਹ ਲਖਬੀਰ ਸਿੰਘ ਲੋਧੀ ਨੰਗਲ ਸਾਹਿਬ ਨੇ ਮੁੱਦਾ ਚੁੱਕ ਕੇ ਪਾਸ ਕਰਾਇਆ, ਉਦੋਂ ਦਾ ਹੀ ਪਾਸ ਹੋਇਆ, ਪੈਸੇ ਹੁਣ ਰਿਲੀਜ਼ ਹੋਏ ਕਿਉਂਕਿ STP ਜਿਹੜਾ ਲੱਗਣਾ ਸੀ ਉਹਦੀ ਦੇਰੀ ਸੀ। ਬਾਕੀ ਨਸ਼ੇ ਦੀ ਗੱਲ ਦਾ ਮੈਂ ਜਵਾਬ ਦੇ ਦੇਣਾ, ਇਹਨਾਂ ਦਾ ਤੇ ਖੁਦ MLA ਕੁਲਬੀਰ ਸਿੰਘ ਜੀਰਾ ਸਟੇਜ ਦੇ ਉੱਤੇ ਹੋ ਕੇ ਬੋਲ ਗਿਆ ਕਿ ਇੱਥੋਂ ਦਾ IG ਨਸ਼ਾ ਵਿਕਾ ਰਿਹਾ, ਉਹਦੇ ਖਿਲਾਫ ਮੈਂ ਲਿਖ ਕੇ ਦਿੱਤਾ, ਪਰ ਉਹਨੂੰ ਨਹੀਂ ਬਦਲਿਆ ਗਿਆ। ਕੁਲਬੀਰ ਸਿੰਘ ਜੀਰਾ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਕਿਉਂ? ਕਿਉਂਕਿ ਬੜੇ ਵੱਡੇ ਹਿੱਸੇ ਜਿਹੜੇ ਨਾ ਉੱਪਰਲੇ ਲੀਡਰ ਇਹਨਾਂ ਦੇ ਲੈ ਰਹੇ ਨੇ ਨਸ਼ਾ। ਪਹਿਲੇ ਕਹਿੰਦੇ ਸੀ ਤੁਹਾਡੇ ਵੱਡੇ ਲੀਡਰ ਲੈ ਰਹੇ ਨੇ ਹਿੱਸੇ ਸਾਰੇ। ਵੱਡੇ ਲੀਡਰਾਂ ਤੇ ਪਰਚੇ ਕਰੋ, ਸਰਕਾਰ ਇਹਨਾਂ ਦੇ ਪਰਚੇ ਫੜ ਕੇ ਅੰਦਰ ਦਿਓ। ਉਹ ਤੇ ਪੇਸ਼ ਹੋ ਕੇ ਵਿਧਾਨ ਸਭਾ 'ਚ ਕਹਿ ਚੁੱਕੇ ਨੇ ਔਰ ਇਹਨਾਂ ਦੇ MLA ਕਹਿ ਰਹੇ ਨੇ। ਸਾਨੀ ਸਾਹਿਬ, ਤੁਸੀਂ ਤੇ ਲੰਬੇ ਸਮੇਂ ਤੋਂ ਚੋਣਾਂ ਲੜਦੇ ਆ ਰਹੇ ਹੋ, ਨਸ਼ੇ ਦਾ ਮਸਲਾ ਪਹਿਲੇ ਕਦੀ ਨਹੀਂ ਹੁੰਦਾ ਸੀ, ਇਹ ਤਾਂ 10 ਸਾਲਾਂ 'ਚ ਕਿਹੜਾ ਨਸ਼ਾ ਇੰਨਾ ਵੱਧ ਗਿਆ ਕਿ ਇਹ ਚੋਣ ਮਸਲਾ ਹੋ ਗਿਆ? ਗੱਲ ਹੈ, ਸੇਖੜੀ ਸਾਹਿਬ ਨੇ ਜੋ ਦੱਸਿਆ ਬਿਲਕੁਲ ਗਲਤ ਦੱਸਿਆ। ਜਿੰਨੇ ਇੱਥੇ ਮੇਰੇ ਭਰਾ ਬੈਠੇ ਸਾਰੇ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਨਸ਼ੇ ਦਾ ਇੱਕ ਸਟਾਈਲ ਬਦਲ ਗਿਆ ਕਾਂਗਰਸ ਰਾਜ ਵਿੱਚ। ਪਹਿਲੇ ਨਸ਼ਾ ਹੁੰਦਾ ਸੀ, ਕੋਈ ਉਹ ਸੁੰਘ ਲੈਂਦਾ ਸੀ, ਕੋਈ ਫੀਮ ਖਾ ਲੈਂਦਾ ਸੀ, ਕੋਈ ਸ਼ਰਾਬ ਪੀ ਲੈਂਦਾ ਸੀ। ਹੁਣ ਤੁਸੀਂ ਬਲੀਵ ਨਹੀਂ ਕਰਨਾ, ਹੁਣ ਜਿਹੜਾ ਟੀਕਾ ਲਾ ਲੈਂਦਾ ਨਾ ਉਹਦੇ 'ਚ ਹਿੰਮਤ ਨਹੀਂ ਹੁੰਦੀ ਸੂਈ ਕੱਢਣ ਦੀ, ਵਾਪਸੀ ਉੱਥੇ ਖਤਮ ਹੋ ਜਾਂਦਾ। ਇਹ ਦੇਣ ਹੈ ਲੇਟੈਸਟ ਸਰਕਾਰ ਦੀ ਨਸ਼ਿਆਂ ਬਾਰੇ। ਬਟਾਲੇ ਵਿੱਚ ਇੱਕ ਨਵੇਂ ਪੈਸੇ ਦਾ ਨਸ਼ਾ ਕੰਮ ਨਹੀਂ ਹੋਇਆ। ਜੇ ਕਹਿੰਦੇ ਪੂਰੇ ਪੰਜਾਬ 'ਚ ਨਸ਼ਾ ਨਹੀਂ ਘਟਿਆ, ਹਰ ਪਾਸੇ ਆ ਜਾਓ। ਮੈਂ ਇੱਕ ਪਾਸੇ ਕਹਿ ਸਕਦਾ, ਇਹਨਾਂ ਨੇ ਕਰ ਦਿੱਤਾ ਵੀ ਇਹ ਪਾਰਟੀਆਂ ਰਹੀਆਂ ਨੇ, ਗੱਲਬਾਤ ਕੀਤੀਆਂ ਨੇ। ਇਹਨਾਂ ਨੂੰ ਪੁੱਛੋ ਬਈ ਬਟਾਲੇ ਦੇ ਲੋਕਾਂ ਦੀ ਜਿਸੇ MLA ਇਲੈਕਸ਼ਨ ਸੀ, ਇਹਨਾਂ ਦਾ ਕੈਂਡੀਡੇਟ ਖੜਾ ਹੋਇਆ ਸੀ, ਉਹ ਕੀ ਸੀ? ਘੁੱਗੀ ਜਿਹੜਾ ਖਲੋਤਾ ਸੀ।
ਉਹ 35,000 ਲੋਕਾਂ ਦੀ ਨੁਮਾਇੰਦਗੀ, 35,000 ਲੋਕਾਂ ਨੇ ਉਹਨੂੰ ਵੋਟ ਪਾ ਦਿੱਤੀ ਤੇ ਘੁੱਗੀ ਉੱਡ ਗਈ। ਸੋ ਜੇ ਇਹੋ ਜਿਹੀਆਂ ਪਾਰਟੀਆਂ ਇਸ ਤਰ੍ਹਾਂ ਮੈਦਾਨ 'ਚ ਆ ਕੇ ਇਸ ਤਰ੍ਹਾਂ ਗੱਲਬਾਤ ਕਰਦੀਆਂ, ਕਹਿਣ ਨੂੰ ਸਾਰਿਆਂ ਨੇ ਕਹਿ ਦੇਣਾ ਵੀ ਕਿਸੇ ਨੇ ਕੱਖ ਨਹੀਂ ਕੀਤਾ। ਮੈਂ ਇੱਕ ਕਹਿ ਸਕਦਾ ਹਾਂ ਵੀ ਆਪਣੇ 5 ਸਾਲ ਦੇ ਰਾਜ ਵਿੱਚ ਹਾਲੇ ਹਰ ਬੰਦਾ ਸਮਝ ਸਕਦਾ, ਲੋਕ ਸਭਾ 'ਚ ਵੜਨ ਲੱਗਿਆਂ ਇੰਨੇ ਦਰਵਾਜ਼ੇ ਤੇ ਇੰਨੀਆਂ ਕੁਰਸੀਆਂ ਤੇ ਇੰਨੇ ਦਫ਼ਤਰ ਨੇ ਵੀ ਬੰਦੇ ਨੂੰ ਪਹਿਲੇ 2 ਸਾਲ ਤੱਕ ਦਫ਼ਤਰ ਹੀ ਨਹੀਂ ਲੱਭਦੇ। ਜੇ ਅਸੀਂ ਨਵੇਂ MLA ਬਣ ਕੇ ਚੱਲੇ ਨਾ, ਸਾਨੂੰ 2 ਸਾਲ ਦਫ਼ਤਰ ਹੀ ਨਹੀਂ ਲੱਭਦੇ ਹੁੰਦੇ। ਉਹਨਾਂ ਨੇ ਹਰ ਚੀਜ਼ 'ਤੇ ਕੰਟਰੋਲ ਕਰਕੇ ਪਬਲਿਕ ਦੀ ਇੱਕ ਚੀਜ਼ ਉਹਨਾਂ, ਅੱਜ ਦੇਖੋ ਜੇ 2000 ਰੁਪਇਆ ਅਨਾਊਂਸ ਕੀਤਾ ਗਿਆ ਸੀ, ਜਿਹੜੇ ਕੋਈ ਜ਼ਿਮੀਂਦਾਰ ਭਰਾ ਮੇਰੇ ਇੱਥੇ ਬੈਠੇ ਨੇ ਆਪਣੇ ਮੋਬਾਈਲ ਤੋਂ ਕੱਢ ਕੇ ਦੱਸ ਦੇਣਗੇ, ਆਪਣੇ ਆਪ ਹੀ ਦੱਸ ਦੇਣਗੇ ਵੀ ਉਹਨਾਂ ਦੇ ਘਰਾਂ 'ਚ ਪਹੁੰਚ ਗਿਆ, ਉਹਨਾਂ ਦੇ ਅਕਾਊਂਟਾਂ 'ਚ ਆ ਗਿਆ। ਕਹਿੰਦੇ 15 ਲੱਖ ਵੀ ਪਿੱਛੋਂ ਆਵਾਜ਼ ਆ ਰਹੀ, ਉਹ ਨਹੀਂ ਪਹੁੰਚਿਆ ਹੁਣ। 15 ਲੱਖ ਵੀ ਸੁਣ ਲਓ, 15 ਲੱਖ ਦੀ ਇੱਕ ਮੈਂ ਕਹਾਣੀ ਇਹਨਾਂ ਨੂੰ ਸੁਣਾ ਦਿੰਦਾ। ਨਹੀਂ ਉਹ ਤਾਂ ਸੁਣ ਲਿਆ ਜੁਮਲਾ ਪਹਿਲਾਂ। ਜਿਹੜੇ 15 ਲੱਖ ਕਹਿੰਦੇ ਨੇ, ਦੇਖੋ ਇੱਕ ਗੱਲ ਨੂੰ 15 ਲੱਖ ਬਣਾਇਆ ਯਾਰ। ਕੇ ਸੁਣੋ, ਮੈਂ ਇੱਕ ਵਾਰੀ ਨਾ ਸਾਨੀ ਸਾਹਿਬ, ਇੱਕ ਮਿੰਟ, 15 ਲੱਖ ਵਾਲਾ ਵੀ ਮਸਲਾ ਹੈ ਕੋਈ? ਦੇਖੋ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਕਿ ਅਗਰ ਡਰੱਗਸ ਮਹਿੰਗੀ ਹੋਈ ਹੈ, ਜਿਹੜਾ ਕਿ ਤੁਹਾਨੂੰ ਵੀ ਸਵਾਲ ਪੁੱਛਿਆ ਗਿਆ, ਮਤਲਬ ਇਹ ਆ ਕਿ ਸਕੰਜਾ ਕੱਸਿਆ ਗਿਆ ਵਾ ਤੇ ਤਾਂ ਹੀ ਚੀਜ਼ ਮਹਿੰਗੀ ਵਿਕ ਰਹੀ ਹੈ। ਹੌਲੀ ਹੌਲੀ ਇਹ ਬੰਦ ਵੀ ਹੋ ਜਾਏਗਾ। ਔਰ ਦੂਸਰੀ ਗੱਲ ਰਹੀ ਜਿਹੜਾ ਤੁਸੀਂ 15 ਲੱਖ ਦੀ ਗੱਲ ਕਰ ਰਹੇ ਹੋ, ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਉਹ ਚੁਣਾਵੀ ਜੁਮਲਾ ਤੇ ਹੁਣ ਵੀ ਜੁਮਲੇ ਨਾਲ ਹੀ ਕੰਮ ਸਾਰਨਾ। ਉਹ ਪਹਿਲੇ ਕੈਂਡੀਡੇਟ ਤੇ ਖੜਾ ਕਰ ਲਓ ਆਪਣਾ, ਕਿ ਕੈਂਡੀਡੇਟ ਹੀ ਹੈ ਨਹੀਂ ਤੁਹਾਡੇ ਕੋਲ। ਚਲੋ ਕੈਂਡੀਡੇਟ ਨਹੀਂ ਹੈਗਾ। ਹਾਂਜੀ ਹਾਂਜੀ ਹੈਲੋ, ਮੈਂ ਬੇਨਤੀ ਕਰਨਾ ਚਾਹੁੰਦਾ ਕਿ MP ਦੀ ਚੋਣ ਆ, ਪਾਰਲੀਮੈਂਟ ਦੀ ਚੋਣ ਆ, ਨੈਸ਼ਨਲ ਇਸ਼ੂ ਜਿਹੜੇ ਸਾਡੇ ਸਾਹਮਣੇ, ਨੈਸ਼ਨਲ ਇਸ਼ੂ ਜਿਹੜਾ ਉਹ ਇਹ ਲੱਗਦੀ ਆ ਕਿ 10 ਸਾਲ ਕਾਂਗਰਸ ਦਾ ਪਹਿਲੋਂ ਰਾਜ ਰਿਹਾ, ਬੇਰੁਜ਼ਗਾਰੀ ਵਧੀ, ਤਬਾਹੀ ਹੋਈ, ਔਰ ਉਹਦੇ ਵਿੱਚੋਂ ਇੱਕ ਜੁਮਲਾਬਾਜ਼ ਨਿਕਲਿਆ ਹੈ। ਔਰ ਉਹ ਜੁਮਲਾਬਾਜ਼ ਜਿਹੜਾ ਉਹਨੇ ਲੋਕਾਂ ਦਾ ਝੂਠ ਬੋਲਿਆ 15 ਲੱਖ ਰੁਪਈਆ ਦਿਆਗਾ, ਮੈਂ 2 ਕਰੋੜ ਰੁਜ਼ਗਾਰ ਪੈਦਾ ਕਰਾਂਗਾ, ਔਰ ਮੈਂ ਕਿਸਾਨ ਨੂੰ ਸਵਾਮੀਨਾਥਨ ਕਮਿਸ਼ਨ ਦਿਆਂਗਾ। ਇਟ ਵਾਸ ਟੋਟਲੀ ਫਰਾਡ, ਝੂਠ ਬਾਤ। ਹਾਂਜੀ ਜੀ, ਕਾਂਗਰਸ ਪਾਰਟੀ ਨੇ 50 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਨਾਲੇ ਆਮ ਆਦਮੀ ਪਾਰਟੀ ਨੇ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਪਰ ਮੈਂ ਇਹਨਾਂ ਨੂੰ ਪੁੱਛਣਾ, ਉਹਨਾਂ ਦੀ ਤਾਂ ਸਰਕਾਰ ਹੀ ਨਹੀਂ ਆਈ, ਭਾਵੇਂ ਨਹੀਂ ਆਈ ਪਰ ਜੁਮਲਾ ਤੇ ਦਿੱਤਾ ਨਾ ਉਹਨਾਂ ਨੇ। ਪਰ ਮੇਰੀ ਸਾਰੇ ਵਾਅਦੇ ਜੁਮਲੇ ਨੇ। ਠੀਕ ਹੈ, ਮੈਂ ਐਸੇ ਇਲਾਕੇ ਦਾ ਨਿਵਾਸੀ ਹਾਂ, ਕਾਂਗਰਸ ਨੂੰ ਵੋਟ ਕਿਉਂ ਦਈਏ? ਸੇਖੜੀ ਸਾਹਿਬ, ਇਹੀ ਸੜਕਾਂ ਮੰਡੀ ਵਾਲੀ ਘੱਟ ਤੋਂ ਘੱਟ 30,000 ਬੰਦਾ ਇੱਥੋਂ ਗੁਜ਼ਰਦਾ ਇੱਕ ਹਫ਼ਤੇ ਵਿੱਚ। ਉੱਥੇ ਟੋਏ ਇੰਨੇ ਪਏ ਆ ਵੀ ਜਿਹੜੇ ਸਲਵਾਰਾਂ ਪੈਂਟਾਂ ਤਾਂ ਚੱਕ ਕੇ ਲੰਘਣਾ ਪੈਂਦਾ। ਸੇਖੜੀ ਸਾਹਿਬ, ਅਫਸਰਾਂ ਦੇ ਕਿਉਂ ਨਹੀਂ ਪਕੜ ਕੀਤੀ? ਉਹ ਅੱਜ ਤੱਕ ਸੜਕ ਕਿਉਂ ਨਹੀਂ ਬਣੀ? ਇੱਕ ਸੜਕ ਲੋਧੀ ਨੰਗਲ ਸਾਹਿਬ ਨੇ ਪਾਸ ਕਰਾਈ ਆ, ਮਾਣੇ ਦੀ ਹੱਟੀ ਤੋਂ ਲੈ ਕੇ ਤੇ ਗਿਰਜਾ ਘਰ ਤੱਕ 32,60,000 ਰੁਪਇਆ ਪਾਸ ਹੋਇਆ, ਉਹ ਸੜਕ ਅਜੇ ਤੱਕ ਕਿਉਂ ਨਹੀਂ? ਮੈਂ ਉਧਰ ਪਾਸੇ ਵੀ ਚੱਲਾਂ, ਠੀਕ ਹੈ, ਕੁਝ ਲੋਕ ਉਧਰ ਵੀ ਹੈਗੇ। ਹਾਂਜੀ ਹਾਂਜੀ, ਸਾਰੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ 70 ਸਾਲ ਦੋਨੋਂ ਪਾਰਟੀਆਂ ਨੇ ਗਲੀਆਂ ਨਾਲੀਆਂ 'ਚ ਕਰਤੀਆਂ, ਦੇਸ਼ ਦਾ ਵਿਕਾਸ ਕਰ, ਦੇਸ਼ ਦਾ ਵਿਕਾਸ ਕਦੋਂ ਹੋਏਗਾ? ਮਹਿਲਾਵਾਂ ਵਾਸਤੇ ਕੀ ਕੁਝ ਮਸਲੇ? ਇੱਥੇ ਮੈਂ ਕਹਿਣਾ ਚਾਹਾਂਗੀ ਕਿ 70 ਸਾਲ ਦੀ ਜ਼ਿੰਮੇਵਾਰੀ ਇਹ ਦੋਵੇਂ ਸਰਕਾਰਾਂ ਲੈਣ। ਲੋਕਾਂ ਦਾ ਰਾਜ ਆਉਣਾ ਚਾਹੀਦਾ, ਲੋਕਾਂ ਨੂੰ ਇਹ ਲੱਗੇ ਕਿ ਸਾਡੀ ਸਰਕਾਰ ਆ, ਔਰਤਾਂ ਨੂੰ ਲੱਗੇ ਕਿ ਸਾਡੀ ਸਰਕਾਰ ਆ। ਇੱਥੇ ਨੌਜਵਾਨਾਂ ਦੀ ਗੱਲ ਸੁਣ ਕੇ ਮੈਂ ਬੜੀ ਪ੍ਰਭਾਵਿਤ ਹੋਈ ਹਾਂ ਕਿ ਵਾਕਿਆ ਸਾਡੇ ਵੋਟਰ ਜਾਗ ਪਏ ਆ। ਪਰ ਇਹ ਵੋਟਰਾਂ ਨੂੰ ਇਹ ਸੋਚਣਾ ਪੈਣਾ ਕਿ ਇਹ ਦੋ ਪਾਰਟੀਆਂ ਜਿਹੜੀਆਂ ਲੰਬੇ ਸਮੇਂ ਤੇ ਹਿੰਦੁਸਤਾਨ ਤੇ ਰਾਜ ਕਰਦੀਆਂ, ਲੋਕਾਂ ਨੂੰ ਠੱਗਣ ਤੋਂ ਸਿਵਾ ਕੁਝ ਨਹੀਂ ਦਿੱਤਾ। ਵੋਟਰ ਜਾਗ ਗਏ ਨੇ, ਪਰ ਸਿਆਸਤਦਾਨ ਕਦੋਂ ਜਾਗਣਗੇ? ਇਹ ਸਵਾਲ। ਹਾਂਜੀ ਸਰ ਜੀ, ਜਿਹੜੀ ਨਸ਼ੇ ਦੀ ਤੁਸੀਂ ਗੱਲ ਕੀਤੀ ਹੈ, ਸਨ 92 ਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਹੈ ਨਾ, ਚਿੱਟਾ ਕਾਂਗਰਸ ਦੀ ਸਰਕਾਰ ਨੇ ਲਿਆਂਦਾ ਹੈ। ਉਸ ਤੋਂ ਬਾਅਦ ਬੀਜੇਪੀ ਦੀ, ਅਕਾਲੀਆਂ ਦੀ ਸਰਕਾਰ ਆਈ ਹੈ। ਇਹਨਾਂ ਵੀ ਜਿਹੜੀ ਗੱਲ ਸੁਣ ਕੇ ਜਾਇਓ, ਅਜੇ ਨਹੀਂ ਮੁੱਕਿਆ। ਜਿਹੜੀ ਵੀ ਸਰਕਾਰ ਆਈ ਹੈ ਨਾ, ਉਹਨੇ ਚਿੱਟਾ ਹੀ ਵੇਚਿਆ ਸਿਸਟਮ 'ਚ। ਅੱਜ ਤੱਕ ਗੱਲ ਸੁਣਨ ਵਾਲੀ ਜੇ, ਸਮਾਜ ਵਿੱਚ ਸਮਾਜਿਕ ਪਰਿਵਰਤਨ ਨਹੀਂ, ਸਤਾ ਦਾ ਪਰਿਵਰਤਨ ਹੁੰਦਾ ਪਿਆ। ਕਦੇ ਕਾਂਗਰਸ ਆ ਗਈ, ਕਦੇ ਬੀਜੇਪੀ ਆ ਗਈ, ਸਿਸਟਮ ਹੋਈ ਹੈ, ਸਿਸਟਮ ਹੋਈ। ਸਰ ਮੈਂ ਕਹਿਣਾ ਚਾਹੁੰਦਾ ਵਾਂ, ਇਹ ਸੈਂਟਰ ਦੇ ਇਲੈਕਸ਼ਨ ਹੈਗੇ ਆ, ਸਾਨੂੰ ਸੈਂਟਰ ਦੇ ਮੁੱਦੇ ਚੁੱਕਣੇ ਚਾਹੀਦੇ ਆ। ਇਹ 55 ਪੇਜਾਂ ਦਾ ਤੁਸੀਂ ਮੈਨੀਫੈਸਟੋ ਕੱਢਿਆ। ਮੈਂ ਸੈਕਟਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵਾਂ, 5 ਜਿਹੜੇ ਇਹਨਾਂ ਮੁੱਦੇ ਕਸ਼ਮੀਰ ਦੇ ਰੱਖੇ ਆ, ਇਹ ਮਸੂਦ ਅਜ਼ਹਰ ਨੂੰ ਪੁੱਛ ਕੇ ਰੱਖੇ ਆ, ਉਹਦੀ ਸਲਾਹ ਰੱਖੇ। ਹਾਂਜੀ, ਕੈਪਟਨ ਸਾਹਿਬ ਨੇ ਮੁੱਦਾ ਚੁੱਕਿਆ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰਾਂਗੇ।
ਪਰ ਹਜੇ ਤੱਕ ਨਸ਼ਾ ਵੀ ਨਹੀਂ ਖਤਮ ਹੋਇਆ। ਪਰਸੋਂ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ, ਲੋਕੀ ਖਤਮ ਹੋ ਗਏ ਨੇ। ਪਰਸੋਂ ਅਖਬਾਰ 'ਚ ਆਇਆ ਵਾ ਕਿ ਨਸ਼ੇ ਨਾਲ ਓਵਰਡੋਜ਼ ਨਾਲ ਬੰਦਾ ਮਰ ਗਿਆ ਹੈ। ਇਹ ਕਹਿੰਦੇ ਨੇ 5-5 ਮਰਲੇ ਦੇ ਪਲਾਟ ਵੀ ਦੇਵਾਂਗੇ, ਇਹ ਕਹਿੰਦੇ ਨੇ ਤੁਹਾਨੂੰ ਕੀ ਕਹਿੰਦੇ ਨੇ 2500 ਬੁਢਾਪਾ ਪੈਨਸ਼ਨ ਵੀ ਦੇਵਾਂਗੇ, ਆ ਜਿੰਨੇ ਨੌਜਵਾਨ ਆ ਇਹ ਕਹਿੰਦੇ ਨੇ ਇਹਨਾਂ ਨੂੰ ਸਮਾਰਟਫੋਨ ਦੇਵਾਂਗੇ, ਪਰ ਹਜੇ ਤੱਕ ਕਿਉਂ ਨਹੀਂ ਮਿਲਿਆ? ਹਾਂਜੀ ਸਰ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇਹਨਾਂ ਵਜ਼ਾਰਤਾਂ ਨੂੰ। ਸਭ ਤੋਂ ਪਹਿਲਾਂ ਜਿਸ ਦਾ ਖਾਤਮਾ ਕਰਨਾ ਹੋਏ ਉਹਦੀ ਐਜੂਕੇਸ਼ਨ ਜਿਹੜੀ ਆ ਉਹਦਾ ਬੇੜਾ ਗਰਕ ਕੀਤਾ ਜਾਂਦਾ। ਔਰ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਪਹਿਲੀ ਤੋਂ ਲੈ ਕੇ 5ਵੀਂ ਤੱਕ ਔਰ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਸੀ ਫ੍ਰੀ ਕਰ ਦਿੱਤੀ ਵੀ ਕੋਈ ਨਹੀਂ ਫੇਲ ਹੋਏਗਾ। ਮੁੜ ਕੇ 2 ਸਾਲ ਬਾਅਦ ਫੇਰ ਯਾਨੀ ਕਿ ਇਹਨਾਂ ਨੇ ਇਹ ਪਾਸ ਕੀਤਾ ਵੀ ਅਜੇ ਗਰੀਬਾਂ ਦੀ ਅਕਲ ਥੋੜੀ ਜਿਹੀ ਹੈਗੀ ਆ। ਫਿਰ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਨਹੀਂ ਹੁਣ 8ਵੀਂ ਤੱਕ ਨਹੀਂ ਕੋਈ ਫੇਲ ਕੀਤਾ ਜਾਂਦਾ। ਗਰੀਬਾਂ ਦੀ ਐਜੂਕੇਸ਼ਨ ਦੀ ਜਿਹੜੀ ਸੀ ਉਹਦੀ ਨੀਂਹ ਜਿਹੜੀ ਆ ਕਮਜ਼ੋਰ ਕਰਕੇ ਉਹ ਜਦੋਂ 10ਵੀਂ ਦੇ ਵਿੱਚ ਗਏ ਤੇ 15% ਬੱਚੇ ਉਹ ਜਿਹੜੇ ਪਾਸ ਹੋਏ ਤੇ 85% ਸੜਕਾਂ। ਤੁਸੀਂ ਕਹਿਣਾ ਚਾਹ ਰਹੇ ਹੋ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਖਰਾਬ ਹੋ ਗਿਆ? ਖਰਾਬ ਹੋ ਗਿਆ। ਜੇ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਜਿਸ ਵੀ ਦੇਸ਼ ਨੇ ਯਾਨੀ ਕਿ ਅੱਗੇ ਵਧਣਾ ਆ ਉਹਨੂੰ ਯਾਨੀ ਕਿ 12% ਜਿਹੜਾ ਆ ਦੇਸ਼ ਦਾ ਧਨ ਦਾ ਜਿਹੜਾ ਐਜੂਕੇਸ਼ਨ ਤੇ ਆ ਰਿਹਾ। ਤੁਹਾਡੀ ਸਰਕਾਰ ਦਾਵਾ ਕਰਦੀ ਹੈ ਦਿੱਲੀ ਦੀ ਕਿ ਐਜੂਕੇਸ਼ਨ ਤੇ ਬਹੁਤ ਕਰਤਾ। ਉਹੀ ਮਾਡਲ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ 'ਚ ਵੀ ਲੈ ਕੇ ਆਣਾ, ਸਾਰੀ ਜਗ੍ਹਾ ਉਹੀ ਮਾਡਲ ਲੈ ਕੇ ਆਣਾ। ਲੇਕਿਨ ਸਵਾਲ ਵੱਡਾ ਹੈ ਕਿ ਕਾਂਗਰਸ ਪਾਰਟੀ ਨੇ ਵੀ ਕਹਿ ਦਿੱਤਾ ਕਿ 6% ਐਜੂਕੇਸ਼ਨ ਤੇ ਰੱਖਾਂਗੇ ਮੈਨੀਫੈਸਟੋ 'ਚ। ਤੁਹਾਡਾ ਕੀ ਮੋਟਿਵ ਜਿਹੜਾ ਏਜੰਡਾ ਐਜੂਕੇਸ਼ਨ ਨੂੰ ਲੈ ਕੇ ਪੰਜਾਬ ਦੇ ਵਿੱਚ? ਪਹਿਲਾਂ ਮੈਂ ਸੇਖੜੀ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜੀ ਇਹਨਾਂ ਨੇ ਇਲੈਕਸ਼ਨ ਦੀ ਗੱਲ ਕੀਤੀ ਪੁਰਾਣੀ, ਉਹ ਉਦੋਂ ਆਪਾਂ ਨਵੇਂ ਵੜੇ ਸੀ, ਪਰ ਮੈਨੂੰ ਉਹ ਰੱਬ ਤੇ ਮਾਣਿਆ ਵੱਡਿਆਂ ਨੇ ਮੈਂ ਗੁੱਟਰੇ ਲਵਾਤੇ ਸੀ, ਮੇਰੇ ਗੋਡਿਆਂ 'ਚ ਬਹਿ ਗਏ ਸੀ ਆ ਕੇ। ਬਸ ਉਦੋਂ ਮੈਂ ਗਲਤੀ ਖਾ ਗਿਆ ਤੇ ਹੁਣ ਜਿੱਦਾਂ ਮਰਜ਼ੀ ਬਹਿ ਜਾਣ, ਡਟ ਕੇ ਇਲੈਕਸ਼ਨ ਲੜਾਂਗੇ, ਹੁੰਜਾ ਫੇਰ ਕੇ ਜਿੱਤਾਂਗੇ। ਪੀਟਰ ਸਾਹਿਬ ਉਸ ਵੇਲੇ ਸੁੱਚਾ ਸਿੰਘ ਛੋਟੇਪੁਰ ਸੀਗੇ, ਉਸ ਵੇਲੇ ਗੁਰਪ੍ਰੀਤ ਘੁੱਗੀ ਸੀਗੇ। ਅੱਜ ਹਾਲਾਤ ਇਹ ਨੇ ਕਿ 22 ਇਲੈਕਸ਼ਨ ਦੇ ਵਿੱਚ ਤੁਹਾਡੇ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਈ ਹੈ। ਦੇਖੋ ਜੀ 22 ਇਲੈਕਸ਼ਨ ਦੇ ਵਿੱਚ ਜਿਹੜੀ ਕੈਂਡੀਡੇਟ ਦੀ ਜ਼ਮਾਨਤ ਰੱਦ ਹੋਈ ਆ, ਵਿਮਨ ਪਾਰਟੀ ਦਾ ਪੂਰਾ ਜ਼ੋਰ ਹੁੰਦਾ, ਉਹਦੇ 'ਚ ਮੌਜੂਦਾ ਸਰਕਾਰ ਦਾ ਕੈਂਡੀਡੇਟ ਹੀ ਜਿੱਤਣਾ ਹੁੰਦਾ। ਇਤਿਹਾਸ 'ਚ ਅੱਜ ਤੱਕ ਇਦਾਂ ਨਹੀਂ ਹੋਇਆ ਕਿ ਰੂਲਿੰਗ ਪਾਰਟੀ ਦਾ ਬੰਦਾ ਜਿੱਤ ਜੇ। ਜਿਹੜੀ ਗੱਲ ਕੀਤੀ ਇਹਨਾਂ ਨੇ ਐਜੂਕੇਸ਼ਨ ਦੀ, ਸਾਡੀ ਦਿੱਲੀ ਸਰਕਾਰ 20% ਪਹਿਲਾਂ ਹੀ ਐਜੂਕੇਸ਼ਨ ਤੇ ਖਰਚ ਰਹੀ ਹੈ, ਔਰ ਪੰਜਾਬ ਦੀ ਸਰਕਾਰ ਹੋਣ ਤੇ ਐਜੂਕੇਸ਼ਨ ਨੂੰ ਡਿਵੈਲਪ ਕੀਤਾ ਜਾਊਗਾ। ਹੁਣ ਤੱਕ ਜਿਹੜਾ ਮਸਲਾ ਵਾ ਅਜੇ ਤੱਕ ਸਰਕਾਰੀ ਸਕੂਲਾਂ 'ਚ ਮੈਂ ਆ ਰਿਹਾ ਤੁਹਾਡੇ ਕੋਲ, ਸਾਰਿਆਂ ਕੋਲ ਆ ਰਿਹਾ ਇੱਕ ਕਰਕੇ ਆ ਰਿਹਾ, ਸ਼ਾਂਤੀ ਰੱਖੋ, ਆ ਰਿਹਾ ਇੱਕ ਕਰਕੇ ਆ ਰਿਹਾ ਇੱਕ ਕਰਕੇ। ਕਟਾਰੂ ਸਾਹਿਬ ਮੈਂ ਐਕਚੁਅਲੀ ਤੁਹਾਡੇ ਤੋਂ ਸਮਝ ਨਹੀਂ ਪਾਵਾਂਗਾ। ਨਵੀਂ ਪਾਰਟੀਆਂ ਨੂੰ ਲੈ ਕੇ ਸਵਾਲ ਉੱਠਦਾ ਹੈ ਕਿ ਬਹੁਤਾ ਜਲਦੀ ਨਵੀਂ ਪਾਰਟੀਆਂ ਨਾਲ ਮਰਜ ਹੋ ਜਾਂਦੀਆਂ। ਜਿਹੜੇ ਹੈ ਗਠਬੰਧਨ, ਮਹਾਗਠਬੰਧਨ ਸਿਆਸਤ ਦੇ ਵਿੱਚ ਬਣਦੇ ਨੇ ਨਾ, ਉਹ ਚੋਣਾਂ ਤੋਂ ਬਾਅਦ ਜਿਵੇਂ ਨਦੀਆਂ ਮਿਲ ਜਾਂਦੀਆਂ ਨਾ ਉਵੇਂ ਰਵਾਇਤੀ ਪਾਰਟੀਆਂ 'ਚ ਮਿਲ ਜਾਂਦੇ। ਘੱਟੋ ਘੱਟ ਪੰਜਾਬ ਦਾ ਇਤਿਹਾਸ ਤੇ ਆਈ ਰਿਹਾ। ਜਿੱਥੋਂ ਤੱਕ ਤੁਹਾਡੇ ਮੇਰਾ ਖਿਆਲ ਕੁਝ ਦੋਸਤਾਂ ਨੇ ਸਵਾਲ ਸੁਣਿਆ ਨਹੀਂ, ਜੇ ਤੁਸੀਂ ਦੁਬਾਰਾ ਰਿਪੀਟ ਕਰ। ਮੈਂ ਕਿਹਾ ਤੁਹਾਡੀ ਨਵੀਆਂ ਪਾਰਟੀਆਂ, ਨਵੇਂ ਗਠਬੰਧਨ ਜਿਹੜੇ ਨੇ ਬਹੁਤਾ ਜਲਦੀ ਰਵਾਇਤੀ ਪਾਰਟੀਆਂ 'ਚ ਮਿਲ ਜਾਂਦੇ ਨੇ, ਉਹਨਾਂ ਦਾ ਵਿਲੈ ਹੋ ਜਾਂਦਾ ਚੋਣਾਂ ਤੋਂ ਬਾਅਦ। ਉਹਦੀ ਪਿੱਛੇ ਦੀ ਵਜ੍ਹਾ ਕੀ ਹੈ, ਜਾਂ ਸਿਰਫ ਵੋਟਾਂ ਕੱਟਣ ਦਾ ਹੀ ਕੰਮ ਹੁੰਦਾ? ਘੱਟੋ ਘੱਟ ਤੁਸੀਂ ਜਿੰਨੇ ਕਿ ਇੱਥੇ ਲੋਕ ਮੇਰੇ ਮਤਲਬ ਸੁਣ ਰਹੇ ਆ, ਅਸੀਂ ਲੈਫਟ ਪਾਰਟੀਆਂ ਵਾਲੇ ਜਿਹੜੇ ਜ਼ਮੀਨੀ ਇਸ਼ੂ ਲੈ ਕੇ ਲਗਾਤਾਰ ਲੋਕਾਂ 'ਚ ਰਹਿੰਦੇ ਆ। ਸਾਡਾ ਪਰਪਸ ਕੇਵਲ ਚੋਣਾਂ ਵੇਲੇ ਹੀ ਨਹੀਂ, ਅਸੀਂ ਚੋਣਾਂ ਤੋਂ ਪਹਿਲਾਂ ਵੀ ਲੋਕਾਂ ਦੇ ਇਸ਼ੂ ਤੇ ਲੜਦੇ ਆ ਤੇ ਚੋਣਾਂ ਤੋਂ ਬਾਅਦ ਵੀ ਲੜਨਾ ਤੇ ਚੋਣਾਂ 'ਚ ਵੀ ਲੜਦੇ ਆ। ਨੰਬਰ 1 ਦੂਜੀ ਮੇਰੀ ਬੇਨਤੀ ਇਹ ਆ ਕਿ ਅੱਜ ਜਿਹੜੇ ਸੱਚੀ ਮੁੱਚੀ ਜਿਹੜੇ ਲੋਕਾਂ ਦੇ ਬੇਸਿਕ ਸਵਾਲ ਬਹੁਤ, ਇਹ ਤੁਹਾਡੀ ਇਸ ਲਾਈਵ ਨੂੰ 1000 ਲੋਕ ਸੁਣ ਰਹੇ ਦੇਖ ਰਹੇ ਆ, ਇੱਥੇ ਵੀ ਮੇਰੇ ਮਿੱਤਰ ਬੈਠੇ ਆ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਪੰਜਾਬ ਚਲਾ ਕਿੱਥੇ ਗਿਆ। ਪੰਜਾਬ ਦੇ 147 ਡਿਵੈਲਪਮੈਂਟ ਬਲਾਕ ਤੇ 138 ਬਲਾਕ ਪੰਜਾਬ ਦੇ ਐਸੇ ਆ ਜਿਨ੍ਹਾਂ ਦਾ ਪਾਣੀ ਡਾਰਕ ਹੋ ਗਿਆ, ਜਿਹੜੇ ਪੀਣ ਦੇ ਯੋਗ ਨਹੀਂ ਰਿਹਾ। ਇਹ ਜਵਾਬ ਅੱਜ ਮੰਗਦੇ ਆ ਪੰਜਾਬ ਦੇ ਲੋਕ, ਦੋਵਾਂ ਕੰਬੀਨੇਸ਼ਨਾਂ ਤੋਂ ਜਿਨ੍ਹਾਂ ਨੇ ਰਾਜਪਾਲ ਕੀਤਾ। ਪੰਜਾਬ ਦੇ ਅੰਦਰ ਇੱਕ ਸਰਵੇ ਹੋਇਆ ਵੀ ਪੇਂਡੂ ਪਿਛੋਕੜ ਦੇ ਐਜੂਕੇਸ਼ਨ ਦੇ ਪੱਖ ਤੋਂ ਪੇਂਡੂ ਪਿਛੋਕੜ ਦੇ 4% ਬੱਚੇ ਯੂਨੀਵਰਸਿਟੀਆਂ 'ਚ ਜਾ ਰਹੇ ਆ, ਭਾਵ 96 ਬੱਚੇ ਸ਼ਹਿਰਾਂ ਤੋਂ ਜਾ ਰਹੇ ਆ, 4 ਬੱਚੇ ਪਿੰਡਾਂ ਤੋਂ ਜਾ ਰਿਹਾ। ਸ਼ਹਿਰਾਂ 'ਚ ਵੀ ਉਹ ਜਿਨ੍ਹਾਂ ਦਾ ਚੰਗਾ ਕਾਰੋਬਾਰ ਆ, ਜਿਨ੍ਹਾਂ ਕੋਲ ਚੰਗਾ। ਤੇ ਇਸ ਕਰਕੇ ਜੇ ਯੂਨੀਵਰਸਿਟੀਆਂ 'ਚ ਗਰੀਬ ਪਹੁੰਚਣਾ ਹੀ ਨਹੀਂ
ਤੇ ਫਿਰ ਜਿਹੜੇ ਆਈਐਸ ਆਈਪੀਐਸ ਅਫਸਰ ਬਣੇ ਆ ਉਹ ਡੰਡਾ ਫਿਰ ਉਹਨਾਂ ਲੋਕਾਂ ਕੋਲ ਰਹੂਗਾ ਜਿਹੜੇ ਫਿਰ ਮਿਲ ਕੇ ਹੋ ਜਾਂਦੇ ਨੇ। ਮੈਂ ਤੇ ਉਹੀ ਪੁੱਛਣਾ ਚਾਹ ਰਿਹਾ ਨਾ, ਤੁਸੀਂ ਕਹਿ ਰਹੇ ਹੋ ਸਾਰੇ ਮਸਲੇ ਅਸੀਂ ਚੁੱਕਨੇ ਆ, ਚੋਣਾਂ ਤੋਂ ਪਹਿਲਾਂ ਵੀ ਬਾਅਦ ਚ ਵੀ। ਪੀਪਲਸ ਪਾਰਟੀ ਆਫ ਪੰਜਾਬ ਕਿੱਥੇ ਗਈ? ਬਾਕੀ ਦੱਸੋ ਹੋਰ ਜਿੰਨੇ ਪਿਛਲੇ ਵਾਰੀ ਚੋਣਾਂ 'ਚ ਵੀ ਮਹਾਗਠਬੰਧਨ ਆਏ ਸੀ ਉਹ ਕਿੱਥੇ ਗਏ? ਪੀਪੀ ਨਾਲ ਮੈਨੂੰ ਨਾ ਜੋੜੋ, ਪੀਪੀ ਨਾਲ ਮੈਨੂੰ ਜੋੜੋ ਕਿਰਪਾ ਕਰਕੇ। ਉਹ ਵੀ ਇਹੀ ਸੋਚ ਸੀ, ਉਹ ਵੀ ਇਹੀ ਸੋਚ ਸੀ, ਇਨਕਲਾਬੀ ਸੋਚ। ਮੈਂ ਤੁਹਾਨੂੰ ਆਪਣੇ ਬਾਰੇ ਦੱਸ ਰਿਹਾ। ਅਸਲ 'ਚ ਇਹ ਵੀ ਇਨਕਲਾਬੀ ਕੋਈ ਪੱਗ ਬੰਨ੍ਹਣ ਨਾਲ ਨਹੀਂ ਬੰਦਾ ਬਣਦਾ। ਜਿਵੇਂ ਕੋਈ ਬੰਦਾ ਮਤਲਬ 5 ਕੰਕਾਰਾਂ ਦਾ ਧਾਰਨੀ ਹੋ ਜੇ, ਉਹਦੇ ਨਾਲ ਉਹਦੇ ਅਮਲ ਵੀ ਦੱਸਣੇ ਚਾਹੀਦੇ ਆ। ਮੈਂ ਡਿਊ ਰਿਸਪੈਕਟ ਕਰ ਰਿਹਾ। ਇਸ ਕਰਕੇ ਆ ਜਿਹੜਾ ਕਿਰਦਾਰ ਹੈ ਉਹ ਬੰਦੇ ਦਾ ਨਾਰੇ ਨਾਲ ਨਹੀਂ ਬਣਦਾ, ਉਹਦੇ ਅਮਲ 'ਚ ਬਣਦਾ। ਖਹਿਰਾ ਸਾਹਿਬ ਵੀ ਤਾਂ ਇਹਨਾਂ ਰਿਵਾਇਤੀ ਪਾਰਟੀਆਂ 'ਚ ਹੀ ਰਹੇ ਨੇ ਨਾ, ਜਿਹੜੇ ਲੀਡ ਕਰ ਰਹੇ ਨੇ ਤੁਹਾਡੇ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਨੂੰ। ਕੀ ਤੁਸੀਂ ਇਹ ਨਹੀਂ ਮੰਨਦੇ ਕਿ ਉਹ ਵੀ ਤਾਂ ਇਹਨਾਂ ਦਾ ਹਿੱਸਾ ਰਹੇ ਨੇ? ਕੀ ਵੱਖ ਹੋ ਗਿਆ ਹੁਣ? ਬੀਤੇ ਸਮੇਂ 'ਚ ਕੋਈ ਕਿਤੇ ਕੰਮ ਕੀਤਾ ਆ, ਬਹੁਤ ਸਾਰੇ ਲੋਕ ਨੇ ਜਿਹੜੇ ਅਦਰ ਪਾਰਟੀ 'ਚ ਕੰਮ ਕਰਦੇ ਆ। ਅੱਜ ਖਹਿਰਾ ਸਾਹਿਬ, ਅੱਜ ਬਸਪਾ, ਅੱਜ RMP ਜਾਂ CPI, ਅੱਜ ਬੈਂਸ ਬ੍ਰਦਰ, ਅਸੀਂ ਇੱਕ ਘੱਟੋ ਘੱਟ ਪ੍ਰੋਗਰਾਮ ਬਣਾ ਕੇ ਪੰਜਾਬ ਦੇ ਅੰਦਰ ਲੜ ਰਹੇ ਆ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਇਸ ਵੇਲੇ ਇਸ ਜਿਹੜਾ ਬੇਰੁਜ਼ਗਾਰੀ ਦਾ ਪੰਜਾਬ ਦੇ ਅੰਦਰ ਖਾਸ ਕਰਕੇ ਮਤਲਬ 15-15 ਲੱਖ ਰੁਪਈਆ ਲੋਕ ਜ਼ਮੀਨਾਂ ਗਹਿਣੇ ਰੱਖ ਕੇ ਵੇਚ ਕੇ ਰਿਸ਼ਤੇਦਾਰਾਂ ਕੋਲ ਲੈ ਕੇ ਬੱਚੇ ਬਾਹਰ ਨੂੰ ਭੇਜ ਰਹੇ ਆ। ਸਾਡੇ ਘਰ ਖਾਲੀ ਹੋ ਰਹੇ ਆ ਔਰ ਨਾਲ ਧਨ ਪੰਜਾਬ ਦਾ ਬਾਹਰ ਜਾ ਰਿਹਾ। ਇਸ ਕਰਕੇ ਸਿੱਖਿਆ, ਐਜੂਕੇਸ਼ਨ ਤੇ ਹੈਲਥ, ਤੁਸੀਂ ਕਲਪਨਾ ਕਰੋ ਇਸ ਦੇਸ਼ ਦੇ ਅੰਦਰ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਜੇ ਕਿਸੇ ਦੀ ਘਰ ਦਾ ਜੀ ਮਰਿਆ ਤੇ ਉਹਨੂੰ ਐਂਬੂਲੈਂਸ ਨਹੀਂ ਮਿਲੀ ਹਸਪੀਟਲ ਤੋਂ ਘਰ ਤੱਕ। ਇੱਕ ਬੁਨਿਆਦੀ ਸਵਾਲ ਹੈ, ਬਿਲਕੁਲ ਬੁਨਿਆਦੀ ਸਵਾਲ ਹੈ, ਮੈਂ ਲੋਕਾਂ ਦੇ ਵਿਚਾਰਾਂ। ਹਾਂਜੀ, ਮੇਰਾ ਸਭ ਤੋਂ ਪਹਿਲੇ ਇੱਕ ਕੁਐਸਚਨ ਤੁਹਾਨੂੰ ਆ ਕਿ ਅਸੀਂ ਜਦੋਂ ਵੀ ਆਪਾਂ ਇਸ ਤਰ੍ਹਾਂ ਇਲੈਕਸ਼ਨ ਆਉਂਦੇ ਆ, ਸੜਕ, ਪਾਣੀ, ਬੱਤੀ, ਅਸੀਂ ਇਹ ਮੁੱਦੇ ਲੈ ਲੈਣੇ ਆ। ਇਹ ਸਾਰੇ ਲੋਕ ਇੱਥੇ ਮੇਰੇ ਭਰਾ ਬੈਠੇ ਆ, ਸਾਰੇ ਰਾਜਨੀਤੀ ਦੇ ਸੂਝਵਾਨ ਨੇ, ਪਰ ਜਿਹੜਾ ਵੀ ਸਰਕਾਰ ਆਉਂਦੀ ਉਹਦੀ ਨੈਗੇਟਿਵਿਟੀ ਹੋਣੀ ਆ। ਕਾਂਗਰਸ ਨੇ ਜ਼ਿਆਦਾ ਰਾਜ ਕੀਤਾ, ਨੈਗੇਟਿਵਿਟੀ ਜ਼ਿਆਦਾ ਵਾ। ਪਰ ਜਦੋਂ ਮੋਦੀ ਸਾਹਿਬ ਆਏ ਸੀ ਸਾਨੂੰ ਲੱਗਾ ਸੀ ਬਈ ਵਾਕਈ ਕੋਈ ਚੇਂਜ ਹੋਏਗੀ, ਕਿਉਂਕਿ ਇੱਕ ਮੈਜੋਰਟੀ ਸਰਕਾਰ ਆ ਗਈ। ਪਰ ਉਹਨਾਂ ਦੇ ਜਿਹੜੇ ਜੁਮਲੇ ਆ ਉਹ ਤੁਹਾਨੂੰ ਪਤਾ ਹੀ ਆ, ਗਿਣਾਉਣ ਦੀ ਲੋੜ ਨਹੀਂ ਹੈਗੀ। ਮੈਂ ਤਾਂ ਇਹ ਚਾਹਾਂਗਾ ਕਿ ਸਮੇਂ ਦੀ ਡਿਵੈਲਪਮੈਂਟ ਜਿਹੜੀ ਹੁੰਦੀ ਆ, ਕੋਈ ਗੱਲ ਨਹੀਂ, ਮੈਂ ਪਹਿਲੇ BJP 'ਚ, ਹੁਣ ਮੈਂ ਕਾਂਗਰਸ 'ਚ ਆ। ਜਲਦੀ ਆਪਣੀ ਗੱਲ ਰੱਖੋ, ਬਾਕੀ ਬੋਲੀ ਨਾ। ਬੜੇ ਬੰਦੇ ਤੁਸੀਂ ਕਹਿ ਰਹੇ ਹੋ ਜੁਮਲੇ ਨੇ, ਰੱਖੋ ਨਾ ਪੂਰੀ ਗੱਲ। ਅੱਛਾ ਚਲੋ ਮੈਂ ਆਪਣੀ ਗੱਲ ਸ਼ੁਰੂ ਕਰਨਾ ਕਿ ਮੇਰੀ ਇਹ ਗੱਲ ਹੈ ਕਿ ਜਿਹੜੀ ਸਮੇਂ ਦੀ ਮੰਗ ਹੁੰਦੀ ਹੈ ਉਹ ਡਿਵੈਲਪਮੈਂਟ ਨਹੀਂ ਹੁੰਦੀ। ਕੂਲਰ ਤੋਂ AC ਆਇਆ। ਮੈਂ ਚਾਹਾਂਗਾ ਕਿ ਜਿਹੜੀ ਵੀ ਸਰਕਾਰ ਬਣੇ ਜਾਂ ਜਿਹੜਾ ਵੀ MP ਬਣੇ ਉਹ ਸਭ ਤੋਂ ਪਹਿਲੇ ਗਰੀਬੀ ਦੂਰ ਕਰੇ। ਗਰੀਬੀ ਦੂਰ ਹੋਏਗੀ ਤੇ ਬੱਚਾ ਸਿੱਖਿਆ। 70 ਸਾਲਾਂ 'ਚ ਕਿਹੜੀ ਗਰੀਬੀ ਦੂਰ ਹੋ ਗਈ? ਗਰੀਬੀ ਦੇ ਚਲਦੇ ਸਰਕਾਰਾਂ ਦੂਰ ਹੋ ਗਈਆਂ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਕਾਂਗਰਸ ਸਰਕਾਰ ਕੋਲ ਕਿ ਅੱਜ ਐਸੀ ਬੱਚੇ ਜਿਹੜੇ ਆ ਡਿਗਰੀਆਂ ਕਰ ਰਹੇ ਨੇ, ਉਹਨਾਂ ਨੂੰ 3-3 ਸਾਲ ਦੀ ਡਿਗਰੀ ਹੋ ਗਈ, ਅੱਜ ਘਰ ਬੈਠੇ, ਉਹਨਾਂ ਕੋਲ ਐਡਮਿਸ਼ਨ ਵਾਸਤੇ ਪੈਸਾ ਹੈ ਨਹੀਂ। ਜਦੋਂ ਕਿ ਨਵੰਬਰ ਦੇ ਵਿੱਚ ਪੈਸਾ ਮਿਲਦਾ ਸੀ ਉਹਨਾਂ ਬੱਚਿਆਂ ਨੂੰ, ਕਿਉਂਕਿ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ। ਐਤਕੀ ਬੱਚੇ ਰੋ ਰਹੇ ਨੇ। ਇਹ ਲੋਕ ਸਭਾ ਇਲੈਕਸ਼ਨ ਆ, ਸੈਂਟਰ ਨੂੰ ਜਵਾਬ ਦੇਣਾ ਪੈਣਾ ਕਿ 2 ਕਰੋੜ ਨੌਕਰੀਆਂ ਦਿੱਤੀਆਂ ਕਿ ਨਹੀਂ, ਜਿਹਦੇ ਉੱਤੇ ਇਹ ਵੋਟ ਨਹੀਂ ਮੰਗ ਸਕਦੇ ਕਿਸੇ ਨੂੰ। ਸੈਂਟਰ ਗਵਰਨਮੈਂਟ BJP ਕਿਸੇ ਨੂੰ ਵੋਟ ਨਹੀਂ। ਮੇਰਾ ਸਵਾਲ ਕਾਂਗਰਸ ਪਾਰਟੀ ਨੂੰ ਇਹ ਹੈ ਕਿ ਕੈਪਟਨ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਵਿਧਵਾ ਨੂੰ ਤੇ ਬੁਢਾਪਾ ਪੈਨਸ਼ਨ 2500 ਰੁਪਏ ਕਰਾਂਗੇ। 2500 ਕਰਨਾ ਤੇ ਦੂਰ 750 ਰੁਪਏ ਨੇ ਤੱਕ ਮਿਲਦਾ ਪਿਆ ਲੋਕਾਂ ਨੂੰ। ਮੈਂ ਸੈਂਟਰ ਦਾ ਮਸਲਾ ਲੈਣਾ ਚਾਹੁੰਦਾ ਕਿ ਜਦੋਂ ਯੂਪੀਏ ਦੀ ਸਰਕਾਰ ਸੀ 130 ਬੈਰਲ ਪਰ ਲੀਟਰ ਡੀਜ਼ਲ ਹੋ ਗਿਆ ਸੀ, ਕੱਚਾ ਤੇਲ, ਉਦੋਂ ਕਾਂਗਰਸ ਸਰਕਾਰ 46 ਰੁਪਏ ਲੀਟਰ ਡੀਜ਼ਲ ਦੇ ਰਹੀ ਸੀ। ਅੱਜ ਡੀਜ਼ਲ ਦਾ ਰੇਟ ਬੈਰਲ ਦਾ ਰੇਟ 45 ਰੁਪਏ ਤੋਂ ਥੱਲੇ ਆ ਗਿਆ। ਤੇਲ ਦਾ ਰੇਟ ਕਿਉਂ ਨਹੀਂ ਘੱਟ ਹੋਇਆ? ਅੱਜ ਦੀ ਡੇਟ ਦੇ 77 ਰੁਪਏ ਆ। ਮੈਂ ਵੀ ਇੱਕ ਟਰਾਂਸਪੋਰਟਰ ਆ, ਮੇਰੇ ਭਰਾ ਵੀ ਟਰਾਂਸਪੋਰਟਰ ਨੇ। ਸਾਡੀ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿ ਡੀਜ਼ਲ ਦਾ ਮਹਿੰਗਾ ਕਿਉਂ ਕਰ ਰਿਹਾ? ਸਾਰੇ ਵੀਰਾਂ ਨਾਲ ਗੱਲ ਕਰਨਾ ਚਾਹੁੰਦਾ ਕਿ ਸਾਡੇ ਵੀਰ ਕਹਿੰਦੇ ਸਮਾਰਟਫੋਨ ਨਹੀਂ ਮਿਲਿਆ। ਭਾਜੀ 5500 ਕਰੋੜ ਰੁਪਈਆ ਮਾਫ ਕੀਤਾ। 5500 ਵਿੱਚ ਜਵਾਬ ਦਾ ਸਰਕਾਰ ਕਹਿੰਦੇ ਕਿ 5500 ਚਟਾ ਮਾਫ। ਸਾਡੇ ਮੁਲਕ ਦੇ ਵਿੱਚ ਦੂਸਰੇ ਮੁਲਕਾਂ ਜਿਹੜੀਆਂ ਮਸ਼ੀਨਾਂ ਰਾਜ ਨਹੀਂ ਚਲਾਉਂਦੀਆਂ, ਉੱਥੇ ਵੀ ਬੰਦੇ ਰਾਜ ਚਲਾਉਂਦੇ ਆ। ਸਾਡੇ ਉਹਨਾਂ ਮੁਲਕਾਂ ਦੇ ਵਿੱਚ ਪਬਲਿਕ ਨੂੰ ਟੈਕਸ ਲਾ ਕੇ ਸਰਕਾਰੀ ਖਜ਼ਾਨੇ ਭਰੇ ਜਾਂਦੇ ਆ। ਸਾਡੇ ਮੁਲਕ ਦੇ ਵਿੱਚ ਪਬਲਿਕ ਨੂੰ ਟੈਕਸ ਲਾ ਕੇ ਆਪਣੇ ਘਰ ਦੇ ਖਜ਼ਾਨੇ ਭਰੇ ਜਾਂਦੇ ਆ, ਪੰਪ ਲਾਏ ਜਾਂਦੇ ਆ, ਬਾਹਰ ਦੇ ਮੁਲਕਾਂ 'ਚ ਪਲਾਟ ਖਰੀਦੇ ਜਾਂਦੇ ਆ, ਬਾਹਰ ਦੇ ਮੁਲਕਾਂ ਦੇ ਵਿੱਚ ਪਾਰਕਾਂ ਬਣਾਈਆਂ ਜਾਂਦੀਆਂ, ਬਾਹਰ ਦੇ ਮੁਲਕਾਂ ਦੇ ਵਿੱਚ ਹੋਟਲ ਬਣਾਏ ਜਾਂਦੇ ਆ, ਆਪਣੀ ਇਨਕਮ ਦਾ ਸੋਰਸ ਬਣਾਇਆ ਜਾਂਦਾ। ਇਹ ਸਾਰੇ
ਸਾਰੇ ਹੀ ਚੋਰ ਆ। ਹੁਣੇ ਤੱਕ ਤੇ ਸੁਣਿਆ ਸੀ ਚੌਕੀਦਾਰ ਕਹਿੰਦੇ ਸਾਰੇ ਚੋਰ ਆ ਰਹੇ ਸਾਨੀ ਸਾਹਿਬ। ਇੱਕ ਵਾਰੀ ਸਾਰੇ ਚੁੱਪ ਦਾ ਦਾਨ ਬਖਸ਼ੋ। ਨਵਨੀਤ ਜੀ, ਆਪਾਂ ਮੁੱਦੇ ਤੋਂ ਭਟਕ ਰਹੇ ਆ। ਕੁਐਸਚਨ ਜਨਤਾ ਦੇ ਤੇ ਜਵਾਬ ਜਿਹੜੇ ਇੱਥੇ ਤੁਸੀਂ ਉਹਨਾਂ ਨੇ ਦੇਣੇ, ਆਪਸ ਵਿੱਚ ਨਾ ਪੜਾਈਏ। ਮੈਂ ਲੋਕ ਸਭਾ ਦੀ ਇਲੈਕਸ਼ਨ ਆ, ਇਸ ਇਲੈਕਸ਼ਨ ਤੋਂ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਜਿਸ ਨੇ ਦੇਸ਼ ਨੂੰ ਚਲਾਉਣਾ। ਤੇ ਮੇਰੇ ਵੀਰ ਨੇ ਸਵਾਲ ਕੀਤਾ ਸੀ ਵੀ ਪ੍ਰਧਾਨ ਮੰਤਰੀ ਜੁਮਲੇਬਾਜ਼ ਨੇ। ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ 2004 ਤੋਂ 2014 ਤੱਕ ਜਿਹੜੀ ਇੱਕੋ ਪੀੜ੍ਹੀ ਦੀ ਸਰਕਾਰ ਤੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਸੀ, ਰਿਮੋਟ ਕੰਟਰੋਲ ਜਿਹੜਾ ਇਹਨਾਂ ਦਾ ਪ੍ਰਧਾਨ ਮੰਤਰੀ ਸੀ ਉਹ ਡੰਮੀ ਸੀ। ਉਸ ਵੇਲੇ ਮੇਰੀ ਗੱਲ ਸੁਣ ਲਓ, ਉਸ ਵੇਲੇ ਮੇਰੀ ਗੱਲ ਸੁਣ ਲਓ, ਇਹ ਮੇਰੀ ਗੱਲ ਪੂਰੀ ਕਰ ਲੈਂਦੇ ਹੋ, ਸਾਰਿਆਂ ਨੂੰ ਟਾਈਮ ਦਿੰਦਾ, ਮੈਂ ਜਲਦੀ ਕਰਦਾ। ਉਸ ਵੇਲੇ ਸਾਡੇ ਦੇਸ਼ ਦੀ ਇਕਨੋਮੀ ਵਰਲਡ ਦੇ ਵਿੱਚ ਅਸੀਂ 10ਵੇਂ ਸਥਾਨ ਤੇ ਸੀ। ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਆਏ, ਸਾਡੀ ਇਕਨੋਮੀ 6ਵੇਂ ਸਥਾਨ ਦੇ ਉੱਤੇ ਆਈ। ਦੇਸ਼ ਨੂੰ ਚੁੱਕ ਕੇ ਤਾਂ ਲੈ ਗਏ। ਦੂਸਰੀ ਗੱਲ ਮੈਂ ਕਰਨੀ ਚਾਹੁੰਦਾ, 26/11 ਦਾ ਹਮਲਾ ਹੋਇਆ, ਉਸ ਵੇਲੇ ਸਿਰਫ ਤੇ ਸਿਰਫ ਕਾਂਗਰਸ ਵੱਲੋਂ ਮੋਮਬੱਤੀਆਂ ਜਗਾ ਕੇ ਫੁੱਲ ਭੇਟ ਕਰਕੇ ਤੇ ਸਮਾਪਤੀ ਕਰ ਦਿੱਤੀ। ਵੀ ਇਹੀ ਕਿਹਾ ਜਾਂਦਾ ਹੈ ਬਿੱਟੂ ਸਾਹਿਬ, ਹੁਣ ਵੀ ਇਹੀ ਕਿਹਾ ਜਾਂਦਾ ਹੈ ਬਿੱਟੂ ਸਾਹਿਬ, ਹੁਣ ਵੀ ਇਹੀ। ਪੂਰੀ ਹੋ ਲੈਂਦੇ ਹੋ। ਉੜੀ 'ਚ ਹਮਲਾ ਹੋਇਆ, ਸਰਜੀਕਲ ਸਟ੍ਰਾਈਕ ਕੀਤੀ ਗਈ, ਉਹਨਾਂ ਦੇ ਘਰ ਵਿੱਚ ਵੜ ਕੇ ਉਹਨਾਂ ਅੱਤਵਾਦੀਆਂ ਨੂੰ ਮਾਰਿਆ ਗਿਆ। ਪਲਵਾਨਾ ਹਮਲਾ ਹੋਇਆ ਤੇ ਸਾਡੀ 56 ਇੰਚ ਦੇ ਮੋਦੀ ਨੇ ਉਹਨਾਂ ਦੇ ਘਰ ਜਾ ਕੇ ਉਹਨੂੰ ਮਿਲ ਦਿੱਤਾ। ਔਰ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਇੱਕ ਗੱਲ ਮੇਰੀ ਲਾਸਟ ਗੱਲ ਮੇਰੀ ਸੁਣ ਲਓ। ਮੋਦੀ ਨੇ ਜੇ ਸਾਰਾ, ਇੱਕ ਮੇਰੀ ਗੱਲ ਸੁਣ ਲਓ ਪ੍ਰਧਾਨ ਜੀ, ਇੱਕ ਮਿੰਟ, ਉਹ ਗੱਲ ਸੁਣ ਲਓ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਆਲਿਟੀ ਸਾਡੇ ਦੇਸ਼ ਨੂੰ ਏਡੀ ਉੱਚਾ ਚੁੱਕ ਕੇ ਖੜਿਆ। ਮੈਂ ਦੱਸਣਾ ਚਾਹੁੰਦਾ ਵਾਂ ਕਿ ਫਲਸਤੀਨ, ਇਰਾਕ ਤੇ ਸਾਊਦੀ ਅਰਬ ਆਪਸ ਚ ਲੜਦੇ ਨੇ, ਫਲਸਤੀਨੀ ਤੇ ਦੂਜੇ ਲੜਦੇ ਨੇ, ਪਰ ਸਾਡੇ ਦੇਸ਼ ਵਾਸਤੇ ਸਾਰੇ ਦੇਸ਼ ਇਕਮੁੱਠ ਹੋ ਕੇ ਸਾਡੇ ਦੇਸ਼ ਦੇ ਨਾਲ ਖੜੇ ਨੇ। ਇੱਕ ਮਿੰਟ, ਮੈਂ ਤੁਹਾਡੇ ਸਵਾਲ ਦਾ ਜਵਾਬ ਲੈਣਾ। ਸਾਨੀ ਸਾਹਿਬ ਆ ਰਹੇ ਸਾਨੀ ਸਾਹਿਬ, ਤੁਸੀਂ ਆਪ ਟਰਾਂਸਪੋਰਟਰ ਹੋ, ਇੱਕ ਟਰਾਂਸਪੋਰਟਰ ਦਾ ਦਰਦ ਹੈ, ਕਹਿੰਦੇ ਕਿ ਜੀ ਕੱਚੇ ਤੇਲ ਦਾ ਰੇਟ ਗਿਰ ਗਿਆ, ਫਿਰ ਵੀ ਮੋਦੀ ਸਰਕਾਰ ਨੇ ਡੀਜ਼ਲ ਦੇ ਰੇਟ ਘੱਟ ਨਹੀਂ ਕੀਤੇ, ਕਿਉਂ? ਗੱਲ ਹੈ, ਇੱਕ ਮਿੰਟ, ਜੇ ਮਾਦਾ ਹੈ ਤੇ ਗੱਲ ਸੁਣੋ। ਨਹੀਂ ਤੁਹਾਡੇ ਮਾਦਾ ਤੇ ਮੈਂ ਨਹੀਂ ਬੋਲਦਾ। ਹਰ ਗੱਲ ਕੋਈ ਜੁਮਲੇਬਾਜ਼ ਕਹਿ ਦਿੰਦਾ, ਕੋਈ ਗੱਲ ਕਰ ਲੈਂਦਾ, ਆਪਣੀ ਜ਼ੁਬਾਨ ਤੇ ਕੰਟਰੋਲ ਕਰਕੇ ਗੱਲ ਕਰੀਏ ਆਪਾਂ। ਅਸੀਂ ਇੱਕ ਬਹਿਸ 'ਚ ਆਏ, ਬਹਿਸ ਦੀ ਗੱਲ ਕਰਨੀ। ਇਹਨਾਂ ਨੇ ਕਿਹਾ ਜੀ ਡੀਜ਼ਲ ਦੇ ਰੇਟ, ਸਮਝ ਸਕਦੇ ਹੋ, ਤੁਸੀਂ ਤੇ ਆਪ ਟਰਾਂਸਪੋਰਟਰ ਹੋ, ਲੱਗਦਾ ਕਿ ਡੀਜ਼ਲ ਦੇ ਰੇਟ ਹੋਣੇ ਚਾਹੀਦੇ ਸੀ ਘੱਟ ਜਦੋਂ ਕੱਚੇ ਤੇਲ ਦੇ ਰੇਟ ਘੱਟ ਹੋ ਗਏ। ਤਾਂ ਜੀ ਡੀਜ਼ਲ ਦੇ ਇਹ ਗੱਲ ਤਾਂ ਕਰਨ ਜਿਹੜੇ ਕਾਂਗਰਸੀ ਮੇਰੇ ਨਾਲ ਗੱਲ ਕਰਨ ਦੇ ਨੇ। ਅੱਜ ਸੈਂਸਸ ਟੈਕਸ ਲਗਾ ਦਿੱਤਾ ਹਰ ਬੰਦੇ ਤੇ, ਜਿਹੜਾ ਮੈਂ ਟੈਕਸ ਦੇਣਾ ਉਹਦੇ ਤੇ ਵੀ 10% ਟੈਕਸ, ਜਿਹੜੀ ਮੈਂ ਤਨਖਾਹ ਲੈਣੀ ਉਹਦੇ ਤੇ ਵੀ 10% ਟੈਕਸ ਹੈ। ਜਿਹੜਾ ਟੀਚਰ ਸਾਡਾ ਜਿਹੜਾ 45,000 ਰੁਪਇਆ ਤਨਖਾਹ ਲੈਂਦਾ ਸੀ, ਉਹਦੀ ਕੱਟ ਕੇ 15,000 ਰੁਪਇਆ ਕਰ ਦਿੱਤੀ। ਇੱਕ ਮਿੰਟ, ਅੱਜ ਅਸੀਂ ਗੱਲਾਂ ਕਰੀ ਜਾਈਏ ਹਰ ਗੱਲ ਨੂੰ। ਕਾਂਗਰਸ ਸਰਕਾਰ ਨੂੰ ਮੈਂ ਕਿਸੇ ਨੂੰ ਮੁਖਾਲਫ ਨਹੀਂ ਹਾਂ। ਜਿਹਦੀ ਸਰਕਾਰ ਵੋਟਾਂ ਨਾਲ ਬਣੀ ਹੈ, ਸਰਕਾਰ ਬਣੀ ਹੈ। ਵੋਟਾਂ ਨਾਲ ਸਰਕਾਰ ਬਣਾ ਕੇ ਕੈਪਟਨ ਸਾਹਿਬ ਨੇ ਸਾਡੇ ਲੋਕਾਂ ਨਾਲ ਧੋਖਾ ਕੀਤਾ, ਅਸੀਂ ਕਹਾਂਗੇ ਧੋਖਾ ਕੀਤਾ। ਮੈਂ ਕੀ ਅਸ਼ਵਨੀ ਸ਼ੇਖਰੀ ਵੀ ਕਹੇਗਾ ਧੋਖਾ ਕੀਤਾ। ਹੋਰ ਦੱਸੋ, ਮੈਂ ਪੁੱਛ ਲੈਂਦਾ, ਮਤਲਬ ਜੇ ਸਾਨੀ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਵੀ ਕਹੋਗੇ ਧੋਖਾ ਦਿੱਤਾ ਜਾਂ ਕੀਤਾ, ਕਿਉਂ ਇਹ ਗੱਲ ਸਾਨੀ ਸਾਹਿਬ ਨੂੰ ਕਹਿਣੀ ਕਿਉਂ ਪਈ? ਦੇਖੋ ਗੱਲ ਕਰਨ ਦਿਓ ਯਾਰ। ਦੇਖੋ ਸਾਡੀ ਸਾਹਿਬ, ਇੱਕ ਮਿੰਟ ਗੱਲ ਸੁਣੋ ਮੇਰੀ। ਮੈਂ ਇੱਕ ਬੇਨਤੀ ਕਰਾਂਗਾ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ। ਦੇਖੋ ਗੱਲ ਹੈ, ਅੱਜ ਅਸੀਂ ਖਲੋਤੇ ਆ ਗੱਲ ਕਰਨ ਲਈ। ਜਿਹੜਾ ਕੋਈ ਬੰਦਾ ਪਬਲਿਕ ਚੋਂ ਗੱਲ ਕਰਦਾ, ਆਪਾਂ ਉਹਦਾ ਮਾਈਕ ਨਾ ਖੋਈਏ। ਦੇਖੋ ਡੀਜ਼ਲ ਦਾ ਜਵਾਬ ਲੈ ਲਓ। ਡੀਜ਼ਲ ਦੀ ਪੋਜੀਸ਼ਨ ਇਹ ਹੈ, ਜਿਸਲੇ ਕੰਪਨੀਆਂ ਨੂੰ ਗੱਲ ਗਈ, ਕੰਪਨੀਆਂ ਦੇ ਹਿਸਾਬ ਤੇ ਜਿਉਂ ਫੋਰਨ ਕਰੰਸੀ ਦੇ ਹਿਸਾਬ ਤੇ ਰੇਟ ਵੱਧਦਾ ਗਿਆ ਘਟਦਾ ਗਿਆ। ਜੇ ਹੁਣ ਰੇਟ ਫਾਰਨ ਕਰੰਸੀ ਦਾ ਸਾਡੀ ਇਕਾਨਮੀ ਜਵਾਬ ਉਹਨਾਂ ਨੂੰ ਬੁਲਾ। ਦੇਖੋ ਇੱਕ ਮਿੰਟ ਜਰਾ ਗੱਲ ਕਰ ਲੈ ਤੂੰ, ਨੀਤਾ ਜੀ ਗੱਲ ਕਰ ਲਓ, ਭਾਈ ਸਾਹਿਬ ਗੱਲ ਕਰ ਲੈ। ਮੈਂ ਦੇਖੋ ਰਿਕੁਐਸਟ
ਸਾਹਿਬ ਨੂੰ ਆਪਣੀ ਗੱਲ ਰੱਖਣ ਦਿਓ, ਕਿਉਂਕਿ ਚਰਚਾ ਨਹੀਂ ਹੋ ਪਾਏਗੀ, ਐਵੇਂ ਗੱਲ ਨਹੀਂ ਹੋ ਪਾਏਗੀ, ਐਵੇਂ ਗੱਲ ਨਹੀਂ ਹੋ ਪਾਏਗੀ। ਠੀਕ ਹੈ, ਤਿੰਨ ਇਸ਼ੂ ਇਸ ਡਿਬੇਟ 'ਚ ਜਿਹੜੇ ਆ ਸਾਹਮਣੇ ਆਏ ਆ, ਜਿਹੜੇ ਕਿ ਐਕਚੁਅਲੀ ਕੰਸਰਨਡ ਹੈ ਕੇਂਦਰ ਸਰਕਾਰ ਦੇ ਨਾਲ। ਅੱਜ ਦੀ ਡਿਬੇਟ ਜਿਹੜੀ ਹੈ ਬੜੇ ਸਿਆਣੇ ਲੋਕ ਤੁਸੀਂ ਇਕੱਠੇ ਹੋਏ ਬਟਾਲੇ ਦੇ, ਕੇਂਦਰ ਸਰਕਾਰ ਦੇ ਚੁਣਾਵ ਦੇ ਲਈ ਹੋ ਰਹੀ, ਕਿ ਉੱਥੇ ਕੇਂਦਰ ਸਰਕਾਰ ਦੇ ਤਿੰਨ ਇਸ਼ੂ ਰੇਜ਼ ਹੋਏ ਨੇ। ਪਹਿਲਾ ਇਸ਼ੂ ਰੇਜ਼ ਹੋਇਆ ਕਿ ਜੀ ਜਿਹੜਾ ਡੀਜ਼ਲ ਹੈ ਉਹਦੇ ਰੇਟ ਜਿੰਨੇ ਘਟਣੇ ਚਾਹੀਦੇ ਸੀ ਨਹੀਂ ਘਟੇ। ਮੇਰੀ ਗੱਲ ਸੁਣੋ, ਜੋ ਪਰਣਾ ਪਲੀਜ਼। ਦੇਖੋ, ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੀ ਸਰਕਾਰ ਸੀ, ਜਿਹੜਾ ਕਰੂਡ ਆਇਲ ਸੀਗਾ 140-145 ਰੁਪਏ ਲੀਟਰ ਡਾਲਰ ਦਾ ਬੈਰਲ ਸੀਗਾ। ਇੱਕ ਬੈਰਲ ਬਾਹਰੋਂ ਮੰਗਾਉਂਦੇ ਸੀਗੇ 140-145 ਰੁਪਏ ਬੈਰਲ, ਤੇ ਰੇਟ ਇੱਥੇ ਜਿਹੜਾ ਵਾ ਕਰੀਬਨ 60 ਤੋਂ ਲੈ ਕੇ 75 ਦੇ ਵਿੱਚ ਘੁੰਮਦਾ ਰਿਹਾ। ਠੀਕ ਹੈ, ਚਲੋ ਜੋ ਵੀ ਕਹਿ ਲਓ, 90 ਇੱਕ ਮਿੰਟ ਥੋੜਾ ਜਿਆਦਾ ਵੀਰੇ ਜੀ ਜਰਾ ਗੱਲ ਸੁਣ ਲਓ। ਉਹਨਾਂ ਕੋਲ ਚੱਲ ਮੈਨੂੰ ਬੁਲਾਇਆ ਕਿ ਆਈ ਵਿਲ ਹੈਵ ਟੂ ਤਿੰਨ ਇਸ਼ੂ ਦੇ ਉੱਤੇ ਅੱਜ ਜਿਹੜਾ ਵਾ ਇੰਟਰਨੈਸ਼ਨਲ ਮਾਰਕੀਟ 'ਚ ਕਰੂਡ ਆਇਲ ਦਾ ਰੇਟ ਜਿਹੜਾ ਵਾ, ਕਰੂਡ ਆਇਲ ਦਾ ਰੇਟ $45 ਹੋ ਗਿਆ, ਇੱਥੇ ਰੇਟ 68 ਰੁਪਏ 70 ਰੁਪਏ 72 ਰੁਪਏ ਹੋ ਗਿਆ। ਦੂਸਰੀ ਗੱਲ ਜਿਹੜੀ ਹੈ, ਸਾਡੇ ਵੀਰ ਬਿੱਟੂ ਜੀ ਨੇ ਸਵਾਲ ਉਠਾਇਆ, ਜਿਹੜਾ ਮੈਂ ਦੱਸ ਰਿਹਾ ਬਈ ਸ਼ਾਂਤੀ ਰੱਖੋ ਪਲੀਜ਼, ਹੱਥ ਜੋੜ ਦਿੰਦੇ ਆ, ਸ਼ਾਂਤੀ ਰੱਖੋ, ਗੱਲ ਤੇ ਸੁਣੋ ਕਿ ਕਿਤੇ 145 ਰੁਪਏ $145 ਪਰ ਬੈਰਲ ਤੇ ਕਿਤੇ $40-45 ਪਰ ਬੈਰਲ। ਸੇਖੜੀ ਸਾਹਿਬ, ਕਿਉਂਕਿ ਇਹ ਸਾਰੀ ਜਨਤਾ ਇੱਥੇ ਬੈਠੀ ਹੈ, ਸਾਰੀ ਜਨਤਾ ਦੇ ਵਿੱਚ ਇੱਕ ਮਿੰਟ ਮੈਨੂੰ 2 ਮਿੰਟ ਸਵਾਲ ਵੱਡਾ ਹੈ ਸੇਖੜੀ ਸਾਹਿਬ। ਮੈਂ ਹੁਣ ਇੱਕ ਆਖਰੀ ਸਵਾਲ ਕਰਾਂਗਾ। ਇੱਕ ਮਹਿਮਾਨ ਮੈਨੂੰ ਹੋਰ ਦਿਖਾਈ ਦੇ ਰਹੇ ਜਿਹੜੇ ਇੱਥੇ ਬੈਠੇ, ਤ੍ਰਿਖਾ ਸਾਹਿਬ, ਇਹ ਦੱਸੋ ਕਿ ਬਾਹਰੋਂ ਕੈਂਡੀਡੇਟ ਕਿਉਂ ਕਾਂਗਰਸ ਪਾਰਟੀ ਨੂੰ ਲੈ ਕੇ ਆਣਾ ਪੈ ਰਿਹਾ? ਬਹੁਤ ਘੱਟ ਸ਼ਬਦਾਂ ਤੁਸੀਂ ਹੋ, ਹੋਰ ਕਈ ਲੀਡਰ ਨੇ, ਬਾਜਵਾ ਸਾਹਿਬ ਨੇ, ਦੈਨ ਵਾਈ ਫਰੋਮ ਫਿਰੋਜ਼ਪੁਰ ਟੂ ਗੁਰਦਾਸਪੁਰ ਜਾਖੜ ਸਾਹਿਬ। ਦੇਖੋ ਬ੍ਰਦਰ, ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ, 5 ਵਾਰੀ ਕਿਹਾ ਮੈਂ ਆਇਆ, ਪਹਿਲਾਂ 3 ਪੁਆਇੰਟ ਕਲੀਅਰ ਕਰਾਂਗਾ, ਫਿਰ ਉਹ ਵੀ ਕਰਾਂਗਾ। ਕੈਂਡੀਡੇਟ ਦੀ ਗੱਲ ਬਾਅਦ ਚ ਕਰਾਂਗਾ, ਮੈਂ 3 ਪੁਆਇੰਟ ਕਲੀਅਰ ਕਰਾਂਗਾ ਕਿ $145 ਤੇ $45 $100 ਵੀ ਜੁੜ ਗਿਆ, ਰੇਟ ਨਹੀਂ ਘਟਿਆ। ਪਹਿਲੀ ਗੱਲ ਪਲੀਜ਼ ਚੁੱਪ ਕਰੋ, ਪਲੀਜ਼ ਭਾਈ ਚੁੱਪ ਕਰੋ। ਦੂਸਰੀ ਗੱਲ ਜਿਹੜੀ ਹੈ ਕਿ ਅੱਜ ਸਾਡੇ ਵੀਰ ਬਿੱਟੂ ਜੀ ਨੇ ਗੱਲ ਕੀਤੀ ਆ ਕਿ ਜੀ ਸਰਜੀਕਲ ਸਟ੍ਰਾਈਕ ਹੋ ਗਿਆ। ਸਰਜੀਕਲ ਸਟ੍ਰਾਈਕ ਆਰਮੀ ਨੇ ਕੀਤਾ, ਕਿਸੇ ਪੋਲੀਟੀਕਲ ਪਾਰਟੀ ਨੇ ਕੀਤਾ। ਮੈਂ ਤਦ ਮੰਨਦਾ, ਦੇਖ ਇੱਕ ਮਿੰਟ ਠਹਿਰੋ, ਪਾਕਿਸਤਾਨ ਨਾਲ ਜਿਹੜੀ ਜੰਗ ਚੱਲੀ, ਤੀਜਾ ਪੁਆਇੰਟ ਪਾਕਿਸਤਾਨ ਨਾਲ ਜਿਹੜੀ ਜੰਗ ਉਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ 2 ਹਿੱਸੇ ਕਰਤੇ ਸੀ। ਮੈਨੂੰ ਇਹ ਦੱਸੋ ਫਿਰ ਜਾਖੜ ਸਾਹਿਬ ਨੂੰ ਕਿਉਂ ਲੈ ਕੇ ਆਇਆ ਗਿਆ? ਕਿ ਇੱਥੇ ਕਾਂਗਰਸੀ ਨਹੀਂ ਹੈ ਕੋਈ? ਤੀਸਰਾ ਪੁਆਇੰਟ ਬਹੁਤ ਸਾਰੇ ਵਪਾਰੀ ਭਰਾ ਇੱਥੇ ਬੈਠੇ ਨੇ ਔਰ ਇੰਡਸਟਰੀ ਵਾਲੇ ਵੀ ਬੈਠੇ ਨੇ। ਇਹ ਤਾਂ ਤੁਸੀਂ ਮੰਨਦੇ ਵਪਾਰ ਨਹੀਂ ਚੱਲ ਰਿਹਾ, ਪਰ ਕਾਰਨ ਕੀ ਇਹਦਾ? GST, ਜਿਹੜੀ GST ਲਾਈ ਉਹਨੇ। ਮੇਰੇ ਸਵਾਲ ਦਾ ਜਵਾਬ ਤੁਸੀਂ ਨਹੀਂ ਦੇ ਰਹੇ, ਬਹੁਤ ਘੱਟ ਸ਼ਬਦ। ਗੱਲ ਹੈ ਸੇਖਰੀ ਸਾਹਿਬ ਨੇ, ਇੱਕ ਮਿੰਟ ਸੇਖਰੀ ਸਾਹਿਬ ਨੇ ਕਿਹਾ ਬਈ ਅਸੀਂ ਕੀਤਾ ਸੀ, ਇਹ ਸਰਜੀਕਲ ਸਟ੍ਰਾਈਕ ਆਰਮੀ ਨੇ ਕੀਤੀ। ਮੇਰਾ ਇੱਕੋ ਸਵਾਲ ਹੈ ਸਾਰੇ ਭਰਾਵਾਂ ਨੂੰ, ਇਨਕਲੂਡਿੰਗ ਤੁਹਾਡੇ, ਕਿਆ 26/11 ਵੇਲੇ ਇਹੋ ਹੀ ਆਰਮੀ ਨਹੀਂ ਸੀ, ਇਹੋ ਹੀ 에ਅਰ ਫੋਰਸ ਨਹੀਂ ਸੀ, ਇਹੋ ਹੀ ਜਹਾਜ਼ ਨਹੀਂ ਸਨ? ਗੱਲ ਤਾਂ ਫਰਕ ਪੈ ਗਿਆ ਸਿਰਫ ਇੱਛਾ ਸ਼ਕਤੀ ਦੀ, ਤਾਕਤ ਦਿਖਾਣੀ ਆਪਣੀ ਲੋਕਾਂ ਨੂੰ, ਦੁਸ਼ਮਣ ਨੂੰ। ਸਾਡੇ 10ਵੀਂ ਪਾਤਸ਼ਾਹੀ ਨੇ ਹੁਕਮ, ਵਿਲ ਪਾਵਰ ਦੀ ਗੱਲ ਕਰ ਰਹੇ ਹੋ ਤੁਸੀਂ ਕਿ ਵਿਲ ਪਾਵਰ ਨਹੀਂ ਹੈ? ਮੈਂ ਸਾਨੀ ਸਾਹਿਬ ਹਾਂਜੀ, मैं वही पूछना चाह रहा कि सवाल बता है कि सर्जिकल स्ट्राइक, एयर स्ट्राइक मसले अलग हो गए ने, लेकिन बुनियादी मसले नहीं है कि बहुत कट शब्द सर्जिकल स्ट्राइक मैं अपने वालों अपने PDA वालों
ਮੈਂ ਜਿਹੜੇ ਸਾਡੇ ਸੈਨਿਕ ਨੇ, ਸੈਨਿਕ ਸਾਡੇ ਪਰਿਵਾਰਾਂ ਚੋਂ ਨੇ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ। ਸੈਨਿਕਾਂ ਨੂੰ ਇਹ ਰਾਜਨੀਤੀ ਦਾ ਪਾਰਟ ਸਾਨੂੰ ਨਹੀਂ ਬਣਾਉਣਾ ਚਾਹੀਦਾ। ਪਹਿਲੀ ਗੱਲ ਤੇ ਹੈ, ਮੈਂ ਇੱਕ ਸ਼ਹੀਦ ਦੇ ਪਰਿਵਾਰ ਚੋਂ ਹਾਂ। ਮੇਰਾ ਭਤੀਜਾ ਅੱਤਵਾਦੀਆਂ ਮਾਰਿਆ ਰਾਮਣ ਦੇ ਅੰਦਰ, ਚਾਖੋਲਾੜੀ ਦੀ ਫੋਟੋ ਲੱਗੀ ਹੈ। ਇਸ ਕਰਕੇ ਅਸੀਂ ਇਹਦੇ ਬਾਵਜੂਦ ਵੀ ਉਹ ਇੱਕ ਸੈਪਰੇਟ ਇਸ਼ੂ ਹੈ, ਸਾਡੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ। ਪਰ ਜਿੱਥੋਂ ਤੱਕ ਸਰਜੀਕਲ ਸਟ੍ਰਾਈਕ ਦਾ ਸਵਾਲ ਹੈ, ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਸਭ ਤੋਂ ਪਹਿਲੀ ਵਾਰ ਹਿੰਦੁਸਤਾਨ ਦੇ ਅੰਦਰ ਸਰਜੀਕਲ ਸਟ੍ਰਾਈਕ ਦੇ ਉੱਤੇ ਲੋਕਾਂ ਨੇ ਪ੍ਰਸ਼ਨ ਚਿੰਨ੍ਹ ਲਾਏ ਆ। ਸਿਆਸੀਕਰਨ ਹੋਇਆ ਤੇ ਪ੍ਰਸ਼ਨ ਚਿੰਨ੍ਹ ਲਾਏ। ਬਹੁਤ ਘੱਟ ਸ਼ਬਦਾਂ 'ਚ ਮੱਸੀ ਸਾਹਿਬ ਤੁਸੀਂ ਸਿੱਧੀ ਚੁਣੌਤੀ ਕਾਂਗਰਸ ਪਾਰਟੀ ਨੂੰ ਇੱਥੇ ਦੇ ਦਿੱਤੀ, ਔਰ ਉਸ ਤੋਂ ਬਾਅਦ ਜੋ ਰਿਐਕਸ਼ਨ ਆਇਆ ਉਹ ਵੀ ਨਜ਼ਰ ਜਿਹੜੀ ਸਚਾਈ ਇਹ ਸੱਚ ਕੋੜਾ ਹੀ ਹੁੰਦਾ ਤੇ ਮੱਚਾਂ ਲੱਗਦੀਆਂ ਨੇ ਜੀ। ਬਾਕੀ ਮੁੱਦਿਆਂ 'ਚ ਇੱਕ ਵੱਡਾ ਗਰੀਬਾਂ ਦਾ ਮੁੱਦਾ ਬਿਜਲੀ ਦੇ ਬਿੱਲ ਵੀ ਜੀ। ਇਹ ਉਹ ਪਿੰਡਾਂ ਜਿਹੜੇ ਗਰੀਬਾਂ ਦਾ ਦਿਹਾੜੀ ਲਾ ਕੇ ਕਮਾ ਰਹੇ ਨੇ ਪਰ ਬਿੱਲ ਆ ਰਿਹਾ 20,670 ਰੁਪਏ। ਇਹ ਵੀ ਪੁੱਛ ਲਿਓ ਜੀ ਇਹ ਕਿਉਂ। ਸਵਾਲ ਕਈ ਨੇ, ਜਨਤਾ ਵੀ ਹੈਗੀ, ਪਰ ਅੱਜ ਚੁੱਕੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਗੁਰਦਾਸਪੁਰ ਹਲਕੇ ਨੂੰ ਲੈ ਕੇ ਮਸਲੇ ਕਈ ਆਏ, ਪਰ ਸਵਾਲ ਵੱਡਾ ਹੈ ਕਿ ਆਖਿਰਕਾਰ ਗੁਰਦਾਸਪੁਰ ਦੀ ਜਨਤਾ ਕਿਸ ਮਸਲੇ ਤੇ ਆਪਣਾ ਜਿਹੜਾ ਐਮਪੀ ਹੈਗੀ ਉਹ ਚੁਣੇਗੀ ਤੇ ਕੌਣ ਹੋਏਗਾ ਗੁਰਦਾਸਪੁਰ ਦਾ ਐਮਪੀ। ਤੁਹਾਡਾ ਟੀਵੀ ਦੀ ਅੱਜ ਖਾਸ ਪੇਸ਼ਕਸ਼ ਚੱਲਣ ਇਜਾਜ਼ਤ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ। ਇੱਕ ਸਵਾਲ पार्टी के साथ नहीं खड़े होंगे। लेटेस्ट अपडेट्स के लिए दबाना न भूलें बेल आइकन और सब्सक्राइब करें हमारा YouTube चैनल।